सतनाम श्री वाहिगुरु साहिब जीओ। गौड़ी महला पहला। माता मत पिता संतोख, सत भाई कर एहो विसेख। माता मत पिता संतोख, सत भाई कर एहो विसेख। कहना है किछ कहन न जाए, तो कुदरत कीमत नहीं पाए रहो। शर्म सुरत दोए ससुर भय, करनी कामन कर मन लय। साहा संजोग वियाहो विजोग, सच संतत कहो नानक जोग। साहा संजोग वियाहो विजोग, सच संतत कहो नानक जोग। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनों, रोजाना की तरह पातशाह जी की अपार किरपा बख्शिश का सदका अमृत वेले तो लैकर के ही पातशाह जी के चरणा कमलों विखे हाजरियां लवा रहे हो आप जी। अमृत वेले के नितनेम उपरंत पवित्र आशा जी की वार के शब्द कीर्तन सरवण कर रहे सी। उपरंत चल रही लड़ीवार कथा मुताबक पवित्र शब्द का पाठ सरवण किया जी। आओ मन बिरतियां गुरु चरणों नाल जोड़ते हुए गुरु चरणों विखे लवाइए हाजरियां। गुरु का बख्शिया फतेह का नारा करिए बुलंद, रसना नूं करिए पवित्र, गज के आखिए जी वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। गौड़ी महला पहला। माता मत पिता संजोग, सत भाई कर एहो विसेख। कहना है किछ कहन न जाए, तो कुदरत कीमत नहीं पाए। कहना है किछ कहन न जाए, तो कुदरत कीमत नहीं पाए। वाहिगुरु ये पवित्र वचन पहले पातशाह आप नारायण सतगुरु धन धन श्री गुरु नानक देव महाराज जी के उचारण किए हुए उथानका मुताबक ये शब्द धन धन श्री गुरु नानक देव महाराज जी ने बटाला साहिब जो सतगुरां जी का सहुरा पिंड है, जदों दुनिया नूं तारदे होए धन गुरु नानक देव महाराज जी ने बटाले नगर पहुँचना किया, क्योंकि रावी के परले पासे नगर करतारपुर वसाया पातशाह जी ने। ते करतारपुर वसाउण तो बाद जिहड़े कि करोड़ी मल एक सेठ होया उहदी जमीन सी, जिथे पातशाह जी ने कुछ समा रुकना किया ते कुछ बंदियां ने करोड़ीए नूं चुक दित्ती बई पिछले कई दिनों तो एक साह तेरे खेत विच बैठा किते कब्जा ही ना कर ले।
ਤੇ ਕਰੋੜੀਏ ਨੇ ਸਤਿਗੁਰਾਂ ਨੂੰ ਉਠਾਉਣ ਲਈ ਚੱਲਣਾ ਕੀਤਾ। ਪਹਿਲੇ ਦਿਨ ਚੱਲਿਆ, ਘੋੜੀ ਤੇ ਚੜ੍ਹ ਕੇ ਤੇ ਘੋੜੀ ਤੋਂ ਡਿੱਗ ਪਿਆ, ਪੱਗ ਡਿੱਗ ਪਈ, ਕੈਂਸਲ ਕਰਤਾ। ਦੂਜੀ ਵਾਰ ਫਿਰ ਚੱਲਿਆ, ਇੱਕ ਦਿਨ ਘੋੜੀ ਤੋਂ ਚੜ੍ਹ ਕੇ ਫਿਰ ਡਿੱਗਿਆ ਤੇ ਲੱਤ ਟੁੱਟ ਗਈ। ਇਹਨੇ ਸੋਚਿਆ ਵੀ ਮੈਂ ਹੋ ਸਕਦਾ ਗਲਤ ਜਾ ਰਿਹਾ ਹੋਵਾਂ, ਕੋਈ ਸਾਧੂ ਉਹ ਕਰਨੀ ਵਾਲਾ ਹੋਵੇ। ਫਿਰ ਇਹ ਜਾਂਦਾ ਗੁਰੂ ਪਿਆਰਿਓ ਤੇ ਪਾਤਸ਼ਾਹ ਜੀ ਨੂੰ ਗੁਰੂ ਪਿਆਰਿਓ ਮਿਲਦਾ ਹੈ ਤੇ ਮਿਲ ਕੇ ਪਤਾ ਲੱਗਿਆ ਵੀ ਇਹ ਕੋਈ ਆਮ ਸਾਧ ਨਹੀਂ, ਇਹ ਤਾਂ ਰੱਬ ਦਾ ਰੂਪ ਹੈ। ਉਹ ਕਰੋੜੀਆ ਜਿਹੜਾ ਉੱਥੋਂ ਉਠਾਉਣਾ ਚਾਹੁੰਦਾ ਸੀਗਾ, ਉਹ ਬੇਨਤੀ ਕਰਦਾ ਕਿ ਇੱਥੇ ਹੀ ਰਿਹਾਇਸ਼ ਕਰ ਲਓ, ਇੱਥੇ ਪੱਕੇ ਹੀ ਰਹੋ, ਇਹ ਜ਼ਮੀਨ ਤੁਹਾਡੀ ਹੋਈ ਆ, ਮੈਂ ਤੁਹਾਨੂੰ ਅਰਪਣ ਕਰਦਾ ਹਾਂ। ਤੇ ਆਪ ਕਰੋੜੀਏ ਨੇ ਉੱਥੇ ਫਿਰ ਘਰ ਬਣਵਾ ਦਿੱਤੇ। ਘਰ ਬਣ ਗਿਆ, ਧਰਮਸ਼ਾਲਾ ਬਣ ਗਈ, ਜੋ ਹੁਣ ਗੁਰਦੁਆਰਾ ਸਾਹਿਬ ਕਰਤਾਰਪੁਰ ਜਿਹੜਾ ਹੁਣ ਲਾਂਘਾ ਖੁੱਲ੍ਹਿਆ, ਇਸੇ ਦੀ ਗੱਲ ਹੈ। ਰਾਵੀ ਦੇ ਪਰਲੇ ਪਾਸੇ, ਰਾਵੀ ਦੇ ਕਿਨਾਰੇ ਤੇ ਉਹ ਜ਼ਮੀਨ ਸੀ ਸਾਰੀ। ਇੱਥੇ ਨਗਰ ਵਸਾਉਣ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਇੱਕ ਦਿਨ ਆਪਣੇ ਸਾਥੀਆਂ ਸਮੇਤ ਬਟਾਲਾ ਸਾਹਿਬ ਆਏ ਤੇ ਬਟਾਲੇ ਨਗਰ ਦੇ ਬਾਹਰ ਖੇਤਾਂ ਦੇ ਵਿੱਚ ਖੂਹ ਹੈ ਬਟਾਲੇ ਦੇ ਚੌਧਰੀਆਂ ਦਾ, ਤੇ ਬਟਾਲੇ ਦਾ ਚੌਧਰੀ ਹੋਇਆ ਹਿੱਤਾ ਰੰਧਾਵਾ, ਮੋਹਤਬਾਰ ਬੰਦਾ, ਬੜਾ ਚੰਗਾ ਬੰਦਾ ਸੀਗਾ। ਜਿਸ ਵੇਲੇ ਸਤਿਗੁਰਾਂ ਦੀ ਸ਼ਾਦੀ ਹੋਈ ਉਸ ਵੇਲੇ ਇਸ ਨੇ ਲੜਕੀ ਵਾਲਿਆਂ ਦੀ ਭਾਵ ਮੂਲੇ ਖੱਤਰੀ ਦੀ ਬਹੁਤ ਮਦਦ ਕੀਤੀ ਔਰ ਮੂਲੇ ਚੋਣੇ ਨੂੰ ਕਿਹਾ ਵੀ ਕਿਸੇ ਵੀ ਗੱਲ ਦੀ ਵਸਤੂ ਦੀ ਜ਼ਰੂਰਤ ਹੋਵੇ ਤੇ ਆਪਣੇ ਘਰੋਂ ਲੈ ਜਿਓ, ਵਿਆਹ ਬੱਚੀ ਦਾ ਵਧੀਆ ਕਰੋ। ਤਾਂ ਉਸ ਤੋਂ ਬਾਅਦ ਪਾਤਸ਼ਾਹ ਜੀ ਦੀ ਉੱਥੇ ਸ਼ਾਦੀ ਹੋ ਗਈ ਤਾਂ ਹਿੱਤੇ ਦੇ ਪੁੱਤਰ ਅਜਿੱਤੇ ਰੰਧਾਵੇ ਨਾਲ ਬਾਬਾ ਜੀ ਦੀ ਦੋਸਤੀ ਵੀ ਬਣ ਗਈ। ਅਜਿੱਤੇ ਰੰਧਾਵੇ ਨੇ ਵੇਖਿਆ ਵੀ ਤਾਂ ਕੋਈ ਮਹਾਂਪੁਰਸ਼ ਹੈ ਤੇ ਉਹ ਪਿਆਰ ਕਰਨ ਲੱਗਿਆ। ਤਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਅਜਿੱਤੇ ਰੰਧਾਵੇ ਨੂੰ ਪਿਆਰ ਕਰਦੇ ਆ। ਜਨਮ ਸਾਖੀ ਵਿੱਚ ਅਖੀਰਲੀ ਸਾਖੀ ਹੈ ਅਜਿੱਤੇ ਰੰਧਾਵੇ ਨਾਲ ਵਿਚਾਰ ਵਟਾਂਦਰੇ ਹੋਏ ਨੇ ਜਿਹੜੇ। ਖੈਰ ਅੱਜ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨਗਰ ਕਰਤਾਰਪੁਰ ਵਸਾਉਣ ਤੋਂ ਬਾਅਦ ਇੱਕ ਦਿਨ ਆਏ ਇਸ ਪਾਸੇ ਨੂੰ, ਪਿੰਡ ਵਿੱਚ ਤਾਂ ਨਹੀਂ ਗਏ ਤੇ ਬਾਹਰ ਖੇਤਾਂ ਵਿੱਚ ਹੀ ਅਜਿੱਤੇ ਰੰਧਾਵੇ ਕੇ ਖੂਹ 'ਤੇ ਬੈਠ ਗਏ, ਕਿਉਂਕਿ ਉੱਥੇ ਪਹਿਲਾਂ ਵੀ ਇੱਕ ਦੋ ਵਾਰੀ ਗਏ ਸਨ। ਤਾਂ ਗੁਰੂ ਪਿਆਰਿਓ ਨਿਆਈ ਵਾਲਾ ਖੇਤ ਹੈ, ਪਿੰਡ ਦੇ ਨੇੜੇ ਹੀ ਪੈਂਦਾ ਸੀਗਾ। ਖੂਹ 'ਤੇ ਬੈਠ ਗਏ ਸਤਿਗੁਰੂ ਨਾਨਕ ਦੇਵ ਜੀ, ਉਹਨਾਂ ਦੇ ਸਾਥੀ, ਔਰ ਕਿਸੇ ਆਉਂਦੇ ਜਾਂਦੇ ਰਾਹੀ ਨੇ, ਬਟਾਲੇ ਦੇ ਮਨੁੱਖ ਨੇ ਵੇਖ ਲਿਆ। ਉਹ ਜਾਣਦਾ ਸੀਗਾ ਵੀ ਇਹ ਜਿਹੜਾ ਸਾਧੂ ਹੈ ਇਹ ਤਾਂ ਮੂਲੇ ਖੱਤਰੀ ਦਾ, ਮੂਲੇ ਚੋਣੇ ਦਾ ਜਵਾਈ ਆ। ਉਹਨੇ ਪਛਾਣ ਲਿਆ ਤੇ ਉਹਨੇ ਜਾ ਕੇ ਸਤਿਗੁਰਾਂ ਦੇ ਸਹੁਰਾ ਸਾਹਿਬ ਨੂੰ ਦੱਸਤਾ ਵੀ ਤੁਹਾਡਾ ਜਿਹੜਾ ਜਵਾਈ ਹੈ ਨਾ ਉਹ ਚੌਧਰੀਆਂ ਦੇ ਖੂਹ 'ਤੇ ਬੈਠਾ, ਅਜਿੱਤੇ ਰੰਧਾਵੇ ਕੇ ਖੂਹ 'ਤੇ ਬੈਠਾ। ਅੱਛਾ, ਇਹ ਸੁਣ ਕਰਕੇ ਉਸੇ ਵੇਲੇ ਮੂਲਾ ਖੱਤਰੀ, ਚੋਣਾ ਇਹਨਾਂ ਦਾ ਗੋਤ ਆ, ਮੂਲਾ ਚੋਣਾ ਵੀ ਕਹਿ ਦਿੰਦੇ ਆ, ਉਸੇ ਵੇਲੇ ਕਹਿੰਦੇ ਉੱਠਿਆ ਤੇ ਖੂਹ 'ਤੇ ਆਇਆ। ਜਿਸ ਵੇਲੇ ਮੂਲ ਚੰਦ ਨੇ ਖੂਹ 'ਤੇ ਆ ਕਰਕੇ ਵੇਖਿਆ ਤਾਂ ਕੀ ਵੇਖਦਾ ਕਿ ਉਹਨਾਂ ਦਾ ਜਵਾਈ ਸਾਧਾਂ ਵਾਲੇ ਬਾਣੇ 'ਚ ਹੈ, ਫਕੀਰਾਂ ਵਾਲੇ ਲਿਬਾਸ 'ਚ ਹੈ, ਕਿਉਂਕਿ ਪ੍ਰਚਾਰ ਇਸੇ ਤਰ੍ਹਾਂ ਹੀ ਕੀਤਾ ਸੀ, ਇਹੀ ਬਾਣਾ ਪਹਿਨ ਕੇ। ਜਿਸ ਵੇਲੇ ਇੱਦਾਂ ਦਾ ਲਿਬਾਸ ਦੇਖਿਆ ਤੇ ਮੂਲ ਚੰਦ ਨੂੰ ਗੁੱਸਾ ਆ ਗਿਆ। ਗੁੱਸਾ ਆਇਆ ਤੇ ਗੁਰੂ ਪਿਆਰਿਓ ਉਹ ਕਹਿਣ ਲੱਗਿਆ ਬਸ ਆਹੀ ਰਹਿ ਗਿਆ ਸੀ, ਬਸ ਆਹੀ ਇੱਜ਼ਤ ਰਹਿ ਗਈ ਸੀ ਜਿਹੜੀ ਤੂੰ ਪਿੰਡ ਵਾ ਕੇ ਸਾਡੀ ਖਰਾਬ ਕਰਤੀ ਆ। ਤੂੰ ਆ ਕੀ ਸਾਧਾਂ ਵਾਲਾ ਭੇਸ ਧਾਰਿਆ, ਕੀ ਕਹਿਣਗੇ ਲੋਕ।
ਵੀ ਮੂਲੇ ਦਾ ਜਵਾਈ ਸਾਧ ਬਣਿਆ ਫਿਰਦਾ। ਬਾਬਾ ਜੀ ਕੁਛ ਨਹੀਂ ਬੋਲੇ। ਇਹਦੇ ਮਗਰੇ ਹੀ ਸਤਿਗੁਰਾਂ ਦੀ ਸੱਸ, ਉਹਦਾ ਨਾਮ ਹੈ ਚੰਦੋ ਰਾਣੀ। ਚੰਦੋ ਰਾਣੀ ਵੀ ਪਹੁੰਚ ਗਈ। ਅਜੀਤੇ ਰੰਧਾਵੇ ਨੂੰ ਪਤਾ ਲੱਗਿਆ, ਪਿੰਡ 'ਚ ਰੌਲਾ ਪੈ ਗਿਆ। ਫਿਰ ਤਾਂ ਹੋਰ ਵੀ ਆਉਣ ਲੱਗੇ ਲੋਕ। ਅਜੀਤਾ ਚੌਧਰੀ ਵੀ ਆ ਗਿਆ। ਉਹ ਬੜਾ ਚੰਗਾ ਬੰਦਾ ਸੀਗਾ, ਸਤਿਗੁਰਾਂ ਦੇ ਨਾਲ ਪਿਆਰ ਵੀ ਰੱਖਦਾ ਸੀਗਾ, ਜਾਣਦਾ ਵੀ ਸੀ ਸਤਿਗੁਰ ਨੂੰ, ਸਤਿਗੁਰ ਦੀ ਮਹਿਮਾ ਵੀ ਜਾਣਦਾ ਸੀ ਉਹ। ਜਿਸ ਵੇਲੇ ਮਾਤਾ ਚੰਦੋ ਰਾਣੀ ਸਤਿਗੁਰਾਂ ਦੀ ਸੱਸ ਆਈ ਤੇ ਉਹ ਉੱਚੀ ਉੱਚੀ ਬੋਲਣ ਲੱਗੀ, ਲੜਨ ਲੱਗੀ। ਕਹਿੰਦੀ, ਨਾਨਕ ਤੂੰ ਆਪਣੀ ਘਰਵਾਲੀ, ਆਪਣੇ ਪੁੱਤਰਾਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਕੀ ਤੂੰ ਕਰਾਈਆ ਹੋ ਗਿਆ। ਸ਼ਾਮ ਦੀ ਕਥਾ ਆਪਾਂ ਕਰਦੇ ਹਾਂ, ਉਹਦੇ ਵਿੱਚ ਜਨਮ ਸਾਖੀ ਵਿੱਚ ਇਹ ਲਿਖਿਆ ਜਿਵੇਂ ਉਸ ਵੇਲੇ ਦੀ ਬੋਲੀ ਸੀ, ਭਾਈ ਸਾਹਿਬ ਜੀ ਨੇ ਉਵੇਂ ਹੀ ਉਚਾਰਨ ਕਰਕੇ ਲਿਖੀ ਆ। ਸੁਣਵੋ ਨਾਨਕ ਤੂੰ ਭਇਓ ਕਰਾਹੀ। ਕੁਰਾਈਆ ਭਾਵ ਗਲਤ ਰਸਤੇ ਚੱਲ ਪਿਆ। ਦੁਨੀਆ ਨੂੰ ਤਾਂ ਹੀ ਲੱਗਦਾ, ਪਰ ਉਹ ਤਾਂ ਸਿੱਧੇ ਰਸਤੇ ਚੱਲਿਆ ਸੀ, ਲੋਕਾਂ ਨੂੰ ਸਿੱਧੇ ਰਸਤੇ ਪਾਉਣ ਆਏ ਸਨ। ਸੁਣਵੋ ਨਾਨਕ ਤੂੰ ਭਇਓ ਕਰਾਹੀ, ਸਦਾ ਹਮਾਰੀ ਛਾਤੀ ਦਾਹੀ। ਤੂੰ ਸਾਡਾ ਕਾਲਜਾ ਸਾੜਤਾ। ਕਿਉਂਕਿ ਜਿਸ ਵੇਲੇ ਪਹਿਲੀ ਵਾਰ ਬਾਬਾ ਜੀ ਯਾਤਰਾ 'ਤੇ ਨਿਕਲੇ ਆ ਤੇ ਮਾਤਾ ਸੁਲੱਖਣੀ ਉਦੋਂ ਉੱਥੇ ਹੀ ਸੀ, ਜਦੋਂ ਸਤਿਗੁਰਾਂ ਨੇ ਵੇਈ ਨਦੀ 'ਚੋਂ ਅਲੋਪ ਹੋ ਕੇ 3 ਦਿਨਾਂ ਬਾਅਦ ਆਏ ਤੇ ਆ ਕੇ ਮੋਦੀ ਖਾਨੇ ਦਾ ਗੇਟ ਖੋਲ੍ਹ ਕੇ ਲੋਕਾਂ ਨੂੰ ਕਹਿਤਾ ਵੀ ਆਪੇ ਚੱਕ ਲਓ, ਹੁਣ ਵੇਚਣਾ ਨਹੀਂ ਮੈਂ, ਜਿਹਨੂੰ ਜੋ ਚਾਹੀਦਾ ਲੈ ਜਾਓ। ਤੇ ਲੋਕਾਂ ਨੇ ਤਾਂ ਕੋਟੀ ਮਚਾਤੀ, ਜਿਹਦੇ ਹੱਥ ਜੋ ਆਇਆ ਚੱਕ ਕੇ ਲੈ ਗਏ। ਤੇ ਕਿਸੇ ਨੇ ਜਾ ਕੇ ਰਾਜੇ ਦੌਲਤ ਖਾਨ ਨੂੰ ਦੱਸਤਾ ਵੀ ਉਹ ਤੇਰਾ ਮੋਦੀ ਆ ਗਿਆ ਮੁੜ ਕੇ, ਅੱਜ ਪਤਾ ਨਹੀਂ ਕਿਵੇਂ ਤੀਜੇ ਦਿਨ ਨਦੀ 'ਚੋਂ ਨਿਕਲਿਆ ਤੇ ਮੋਦੀ ਖਾਨਾ ਲੁਟਾਤਾ ਉਹਨੇ ਸਾਰਾ। ਦੌਲਤ ਖਾਨ ਨੇ ਬੰਦੇ ਭੇਜੇ, ਜਾਓ ਭੱਜ ਕੇ ਬੰਦ ਕਰੋ ਦੁਕਾਨ। ਬੰਦਿਆਂ ਨੇ ਆ ਕੇ ਜਿੰਦਾ ਲਾਤਾ, ਦੁਕਾਨ ਬੰਦ ਕਰਤੀ, ਲੋਕ ਲਾਤਾ। ਤੇ ਬਾਬਾ ਜੀ ਜਾ ਕੇ ਸ਼ਮਸ਼ਾਨ ਘਾਟ 'ਚ ਬੈਠ ਗਏ। ਪਹਿਲਾਂ ਬਾਬੇ ਪਾਇਆ ਬਖਸ਼ਦਰ ਸੱਚਖੰਡ ਜਾ ਕੇ ਆਏ, ਪਿੱਛੋਂ ਦੇ ਫਿਰ ਘਾਲ ਕਮਾਈ। ਸ਼ਮਸ਼ਾਨ ਘਾਟ ਵਿੱਚ 3 ਮਹੀਨੇ ਬੈਠੇ ਸਨ। ਰੇਤ ਅਕ ਆਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਿਆਈ। ਪਰਮੇਸ਼ਰ ਨਾਲ ਤਾਰਾਂ ਜੁੜ ਗਈਆਂ, ਹਰੀ ਦੇ ਨਾਲ ਗੰਢ ਪੈ ਗਈ, ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਘਰੇ ਬੈਠਿਆਂ ਨੂੰ ਸਭ ਸੰਸਾਰ ਦਿਸਦਾ, ਇਉਂ ਜਿਵੇਂ ਕੋਈ ਹੱਥ ਉੱਤੇ ਔਲਾ ਧਰ ਕੇ ਦੇਖੇ, ਇਉਂ ਧਰਤੀ ਦਿਸਦੀ ਆ ਉਹਨਾਂ ਨੂੰ ਸਾਰੀ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅਕ ਆਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਿਆਈ। ਬਾਬਾ ਵੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ। ਚੱਲਿਆ ਸੋਧਨ ਧਰਤ ਲੁਕਾਈ, ਸਿੱਧ ਆਖਣ ਸਭ ਜਗਤ ਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਈ ਗੁਰਦਾਸ ਜੀ ਨੇ ਉਹ ਵਾਰਤਾ, ਸਤਿਗੁਰਾਂ ਦਾ ਕਾਫੀ ਇਤਿਹਾਸ, ਆਪਣੀ ਜਿਹੜੀ ਪੋਥੀ ਹੈ ਭਾਈ ਗੁਰਦਾਸ ਦੀਆਂ ਵਾਰਾਂ, ਇਹਦੀ ਪਹਿਲੀ ਵਾਰ ਦੀਆਂ 49-50 ਪੌੜੀਆਂ ਨੇ। ਉਹਨਾਂ ਪੌੜੀਆਂ ਵਿੱਚ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਹੀ ਹਨ ਸਾਰੀਆਂ। ਜਦੋਂ ਉਹਨਾਂ ਦਾ ਵਿਸਥਾਰ ਕਰਦੇ ਆ ਤਾਂ ਜਨਮ ਸਾਖੀਆਂ ਖੁੱਲ੍ਹ ਜਾਂਦੀਆਂ। ਕੋ ਸਤਨਾਮ ਸਿੰਘ ਤਾਂ ਉਸ ਵੇਲੇ ਮਾਤਾ ਸੁਲੱਖਣੀ ਜੀ ਬਹੁਤ ਵਿਰਾਗ ਕਰਦੇ ਹਨ, ਰੋਂਦੇ ਹਨ ਕਿ ਮੇਰੇ ਪਤੀ ਨੂੰ ਕੀ ਹੋ ਗਿਆ। ਜਦ ਸੱਸ ਸਹੁਰੇ ਨੂੰ ਪਤਾ ਲੱਗਿਆ, ਉਹ ਆ ਕੇ ਸੁਲੱਖਣੀ ਨੂੰ ਆਪਣੇ ਪੇਕੇ ਲੈ ਗਏ। ਉਸ ਸਮੇਂ ਤੱਕ 2 ਪੁੱਤਰ ਹੋ ਗਏ ਸਨ। ਵੱਡਾ ਸ਼੍ਰੀ ਚੰਦ ਉਡਾਰ ਹੋ ਗਿਆ ਸੀਗਾ, ਉਹ ਆਪਣੀ ਭੂਆ ਬੇਬੇ ਨਾਨਕੀ ਕੋਲ ਰਹਿ ਪਿਆ, ਉੱਥੇ ਛੱਡ ਗਏ। ਉਸ ਨੂੰ ਰੱਖ ਲਿਆ ਬੇਬੇ ਨਾਨਕੀ ਨੇ, ਕਹਿੰਦੀ ਮੇਰਾ ਕਿਵੇਂ ਜੀ ਲੱਗੂਗਾ, ਤੁਸੀਂ ਲੈ ਚੱਲੇ ਹੋ। ਇੱਕ ਪੁੱਤਰ ਮੇਰੇ ਕੋਲੇ ਛੱਡ ਜਾਓ, ਨਾਲੇ ਆਪਣਾ ਮਿਲਦਾ ਗਿਲਦਾ ਬਣਿਆ ਰਹੂਗਾ, ਆਉਣਾ ਜਾਣਾ ਲੱਗਿਆ ਰਹੂਗਾ। ਚਲ ਛੋਟੇ ਪੁੱਤਰ ਨੂੰ ਲక్ష్ਮੀ ਦਾਸ ਨੂੰ ਨਾਲ ਲੈ ਗਏ
श्री चंद नूं उत्थे छड्ड गए। उस दिन तो बाद उत्थे ही आ परिवार। कुछ समय बाद श्री चंद भी नानके तो नानके चलिया गया अपनी माता दे कोल, हुण उत्थे ही आ। अज जदों काफ़ी समय बाद धन गुरु नानक देव जी बटाला साहिब आए, फिर सस सहुरे ने गुब गलाट कढ़िया खूब, वो तो खूह के उत्ते। चंदो रानी बहुत लड़दी है, ये तू की कीता, परिवार नूं छड्ड के तू कुराइया हो गया, सदा हमारी छाती दाही, तू साडा कालजा साड़ दिता। पुत्र बनता तज परवारा, पुत्रां नूं छड्ड के बनता इस्त्री, घर वाली नूं परिवार नूं छड्ड के फिरियो प्रदेशन द्वारन द्वारा, दर दर ते तुरिया फिरदा तू देसां प्रदेसां दे विच। कहंदी ना तो अपना माँ प्यो की गल सुनी कोई, क्योंकि बैकग्राउंड का भी पता लग गया भी मैं तो कालू भी बहुत लड़दा हुंदा सी, कोई सतनाम सी। तो माता चंदो रानी खूह ते लड़दी है, अजीता रंधावा भी बैठा सुनी जांदा। धन गुरु नानक देव जी चुप करके सुनी जाते, अगों जवाब कोई नहीं दिंदे। सस कहंदी ना तू माँ प्यो की शर्म रखी, ना तू साडी रखी, सानू सारियां नू संसार विच तू खुआर कीता है। जाकी लाज तजी इको बारी, हमको सब मैं कीन खुआरी, तू संसार की संग शर्म ही ला दी है। असल दे विच जदों रब दे प्यारे शरीर करके हुंदे आ, उदों संसार नूं समझ नहीं आउंदी उन्हां दी, मगरों पता लगदा भी ये कौन सी। जो चले जाते हैं मगरों लोग गल्लां करते हैं, असल में उदों पछाण दिंदा भी नहीं परमेश्वर किसी नूं, अपनी गुप्त ही रहिंदा, अपना काम कर जांदा है। जन परोपकारी आए, जन परोपकारी आए, जी दान दे भगती लान, हरसो लैन मिलाए। माता चंदो रानी लड़न लगी। जिस वेले माता चंदो रानी लड़ी, इतने गुरु प्यारिओ सतगुरां दी सपत्नी साडे माता माता सुलखणी जी नूं भी पता लग्या, वो भी आ गए मगरे। माता सुलखणी भी आके बैठ गए। माता चंदो रानी चुप की ते माता सुलखणी लड़न लग पई। अजीता रंधावा कहंदा भैणे तू ना लड़, तेरा नहीं लड़ना बनता। ਇਹਦੀ बेबे लड़े, ਇਹਦਾ बापू लड़े, तेरा माँ प्यो लड़े तो चलता है, पर तेरा नहीं लड़ना बनता, क्योंकि तेरा ये बिना सरना ही नहीं गा। कल नूं तू ये कोल ही जाना, ये तो बिना कित्थे जाएंगी, ये तेरा पति है, तू ना लड़। जदों अजीते रंधावे ने समझाया तो माता सुलखणी जी रोन लगे। कहती फिर मैं कित्थे जावां, जिदन दी मैं पेके आके बैठी हाँ, मैनू आंढ गवांढ दियां चाचियां ताइयां होर कुड़ियां ताने दिंदियां, सौरे वसी नहीं घरे बैठी है पेकियां, मैनू गल्लां सुननियां पैंदियां। इदू तां मैं तेरे नाल भुखी सार लूँगी, गरीबी कट लूँगी, पुराने कपड़े पा के सार लूँगी, पर मैनू ये पेकियां विच रहना चंगा नहीं लगता, मैनू नाल लै चल। कौ सतनाम सी। बाबे नानक जी नूं कहण लगी बीबी सुलखणी, ये रिवाज भी है दुनिया का, लड़की सौरे वसदी अपने पति नाल रहिंदी सोहनी लगती है। कौ सतनाम सी। जिस वेले बेबे सुलखणी ने माता सुलखणी जी ने यह गल कही तो बाबा नानक जी कहते फिर भाई साडे कोल तां गरीबी आ, साडे कोल तां भुख ते गरीबी आ, जे कट लेंगी तो आ जा। माता जी कहते सोडे नाल मैं भुख ते गरीबी कट सकदी हाँ, उहदे विच मैनूं शांति होऊगी, घट्टो घट्ट कोई मैनूं ताने तां नहीं मारूगा जिवें इत्थे वजदे आ। गुआंढ ताई आउंदी आ, कुड़ी चंदो रानी तेरी कुड़ी हजे गई नहीं, भी दस जिवें सोडियां रोटियां खांदी आ ओह। को सतनाम सी। पहला भी तो पेके रही है 15-20 साल, जे हुण आ गई फिर की हो गया। तां जिहड़ा मूल चंद है,
ਅਜਿੱਤਾ ਰੰਧਾਵਾ ਉਹਨੂੰ ਕਹਿਣ ਲੱਗਿਆ ਮੂਲ ਚੰਦ ਨੂੰ, ਫਿਕਰ ਨਾ ਕਰ, ਕੀ ਹੋ ਗਿਆ? ਜੇ ਲੜਕੀ ਆ ਗਈ ਇੱਥੇ, ਜੇ ਤੂੰ ਇਹਦਾ ਖਰਚਾ ਨਹੀਂ ਕਰ ਸਕਦਾ ਤਾਂ ਮੈਂ ਆਪਣੀ ਭੈਣ ਬਣਾ ਕੇ ਰੱਖਾਂਗਾ ਇਸ ਨੂੰ, ਮੈਂ ਇਹਦਾ ਖਰਚਾ ਪਾਣੀ ਦੇਵਾਂਗਾ। ਮੂਲ ਚੰਦ ਕਹਿਣ ਲੱਗਿਆ, ਰਹਿੰਦੀ ਜੇ ਤੂੰ ਲਾ ਦੇ, ਜਿਹੜੀ ਮਾੜੀ ਮੋਟੀ ਰਹਿੰਦੀ ਉਹ ਤੂੰ ਖਰਾਬ ਕਰ ਦੇ, ਲੋਕ ਕਹਿਣਗੇ ਆਪਦੀ ਧੀ ਨੂੰ ਰੋਟੀ ਨਹੀਂ ਖਵਾ ਸਕਿਆ, ਕੋ ਸਤਨਾਮ, ਫਿਰ ਤੂੰ ਲੜਾਈ ਬੰਦ ਕਰੋ। ਅਜਿੱਤਾ ਰੰਧਾਵਾ ਚੌਧਰੀ ਵਿੱਚ ਪੈਂਦਾ, ਸਾਰਿਆਂ ਦੇ ਸਮਝਾਉਂਦਾ, ਸਾਰਿਆਂ ਨੂੰ ਵਾਰੀ ਵਾਰੀ ਕਹਿੰਦਾ ਲੜਾਈ ਬੰਦ ਕਰੋ। ਜਿਸ ਵੇਲੇ ਇਹਨਾਂ ਨੇ ਕਿਹਾ ਵੀ ਤੂੰ ਨਾ ਆਪਣੇ ਮਾਂ ਪਿਓ ਦੀ ਸੁਣੀ, ਸਾਨੂੰ ਵੀ ਮਾਂ ਪਿਓ ਬਣਾਇਆ, ਤੂੰ ਵਿਆਹ ਕਰਾ ਕੇ, ਆਪਾਂ ਕਹਿ ਦਿੰਦੇ ਹਾਂ ਨਾ ਵੀ ਲੜਕੀ ਦਾ ਮਾਂ ਪਿਓ ਸੱਸ ਸਹੁਰਾ ਹੀ ਆ, ਤੇ ਲੜਕੇ ਦਾ ਵੀ ਉੱਧਰਲਾ ਸੱਸ ਸਹੁਰਾ ਮਾਂ ਪਿਓ ਦੇ ਸਮਾਨ ਹੀ ਆ, ਬਰਾਬਰ ਸਤਿਕਾਰ ਦੇਣਾ ਬਣਦਾ। ਬਾਦਸ਼ਾਹ ਦਾ ਸਤਿਕਾਰ ਕਰਦੇ ਆ, ਪਰ ਸੰਸਾਰ ਨੂੰ ਗਿਆਨ ਨਹੀਂ ਹੈ, ਗੁਰੂ ਦੀ ਪਛਾਣ ਨਹੀਂ ਹੈ। ਜਿਸ ਵੇਲੇ ਇਹਨਾਂ ਨੇ ਕਿਹਾ ਵੀ ਨਾ ਤੂੰ ਆਪਣੇ ਮਾਂ ਪਿਓ ਦੀ ਗੱਲ ਸੁਣੀ, ਨਾ ਸਾਡੀ ਗੱਲ ਸੁਣੀ, ਤਾਂ ਧੰਨ ਗੁਰੂ ਨਾਨਕ ਦੇਵ ਜੀ ਉੱਥੇ ਫਿਰ ਇਹ ਸ਼ਬਦ ਉਚਾਰਦੇ ਆ, ਕਹਿੰਦੇ ਮੈਂ ਇੱਕ ਹੋਰ ਮਾਂ ਪਿਓ ਬਣਾ ਲਿਆ, ਅਸਲੀ ਮਾਂ ਪਿਓ ਮੇਰਾ ਉਹ ਹੈ। ਉਹ ਸਾਰੇ ਕਹਿੰਦੇ ਹੈ ਹੋਰ ਕਿਹੜਾ, ਤੀਜਾ ਹੋਰ ਵੀ ਬਣਾ ਲਿਆ ਕੋਈ ਮਾਂ ਪਿਓ? ਕਹਿੰਦੇ ਹਾਂ। ਗੌੜੀ ਮਹੱਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ। ਮੈਂ ਮਤ ਦੀ ਸੁਣਦਾ, ਗੁਰਮਤ ਦੀ ਸੁਣਦਾ, ਜਿਹੜੀ ਮਤ ਮੈਨੂੰ ਪਰਮੇਸ਼ਰ ਕੋਲੋਂ ਮਿਲੀ ਹੈ ਉਹ ਮੇਰੀ ਮਾਂ ਹੈ, ਤੇ ਸੰਤੋਖ ਵਿੱਚ ਰਹਿਣਾ ਇਹ ਮੇਰਾ ਪਿਓ ਹੈ। ਕਹੋ ਸਤਨਾਮ ਸ੍ਰੀ। ਸਤ ਭਾਈ ਕਰ ਇਹੋ ਵਸੇਖ, ਵਸੇਖ ਵਿਸ਼ੇਸ਼ ਖਾਸ ਕਰਕੇ ਬੰਦੇ ਦੇ ਇਹ ਰਿਸ਼ਤੇਦਾਰ ਮੌਤ ਤੋਂ ਬਾਅਦ ਵੀ ਨਿਭਣ ਵਾਲੇ ਆ, ਤੇ ਇਹ ਰਿਸ਼ਤੇਦਾਰ ਕੇਵਲ ਜਿਉਂਦੇ ਦੇ ਆ, ਤੇ ਕਈ ਵਾਰ ਤਾਂ ਜਿਉਂਦਿਆਂ ਨੂੰ ਵੀ ਛੱਡ ਜਾਂਦੇ ਆ। ਕਹੋ ਸਤਨਾਮ। ਆ ਜਿਹੜੇ ਬਣੇ ਆ ਬਿਰਧ ਆਸ਼ਰਮ, ਜਿਹੜੇ ਉੱਥੇ ਬੈਠੇ ਆ ਬਜ਼ੁਰਗ, ਉਹਨਾਂ ਦੇ ਜਵਾਕ ਤਾਂ ਹੈਗੇ ਆ ਨਾ, ਪਰ ਉਹ ਆਪਣੀ ਐਸ਼ੋ ਇਸ ਵਿੱਚ ਮਾਂ ਪਿਓ ਨੂੰ ਹੀ ਭੁੱਲ ਗਏ ਹਨ, ਤੇ ਬਜ਼ੁਰਗਾਂ ਨੂੰ ਛੱਡੇ ਆਂਦਾ ਉੱਥੇ। ਕਈ ਤਾਂ ਭੁਲੇਖਾ ਪਾ ਕੇ ਛੱਡਿਆ, ਬੇਬੇ ਤੂੰ ਇੱਥੇ ਬੈਠੀ, ਮੈਂ ਆਉਣਾ, ਤੇ ਮੁੜ ਕੇ ਗਏ ਨਹੀਂ ਲੈਣ। ਇਸ ਕਰਕੇ ਦੁਨੀਆ ਕੀਆਂ ਵਡਿਆਈਆਂ ਅਗਨੀ ਮੈਂ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰ ਆਗੂ। ਹੁਣ ਇਹ ਸ਼ਬਦ ਦਾ ਇਹ ਮਤਲਬ ਨਹੀਂ ਬਈ ਅਸੀਂ ਆਪਣੇ ਮਾਂ ਪਿਓ ਨੂੰ ਛੱਡ ਕੇ ਚਲੇ ਜਾਈਏ ਕਿਧਰੇ, ਪਰ ਇੱਕ ਆ ਵੀ ਮਾਂ ਪਿਓ ਹੈ ਗੁਰਮਤ। ਗੁਰਮਤ ਸਾਡੀ ਮਾਂ ਹੈ, ਗੁਰਮਤ ਸਾਡਾ ਜੀਵਨ ਵਧੀਆ ਬਣਾਉਂਦੀ ਹੈ। ਮਤ ਮਾਤਾ ਪਿਤਾ ਸੰਤੋਖ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਅਸਲ ਵਿੱਚ ਮੈਂ ਵਿਸ਼ੈਣੀ ਮਤ, ਵਿਸ਼ੇ ਵਿਕਾਰਾਂ ਦੀ ਮਤ ਤਿਆਗ ਕੇ, ਮਨ ਮਤ ਨੂੰ ਤਿਆਗ ਕੇ, ਜਿਹੜੀ ਹੁਣ ਮੈਂ ਸ਼ੁਭ ਮਤ ਗੁਰਮਤ ਪ੍ਰਾਪਤ ਕੀਤੀ ਆ, ਇਹ ਮੇਰੀ ਮਾਂ ਹੈ। ਵਿਸ਼ੈਣੀ ਮਤ ਮਤਲਬ ਵਿਸ਼ੇ ਵਿਕਾਰਾਂ ਵਾਲੀ ਸੋਚ, ਵਿਸ਼ੇ ਵਿਕਾਰਾਂ ਵਾਲੇ ਖਿਆਲ ਤਿਆਗ ਕੇ ਮੈਂ ਸੱਚ ਨਾਲ ਜੁੜ ਗਿਆ। ਪਰਮੇਸ਼ਰ ਨੇ ਜਿਹੜਾ ਮੈਨੂੰ ਗਿਆਨ ਦਿੱਤਾ ਹੈ, ਮੈਂ ਉਸ ਨੂੰ ਆਪਣੀ ਮਾਂ ਬਣਾ ਲਿਆ, ਤੇ ਸੰਤੋਖ ਦੇ ਨਾਲ ਜੀਵਨ ਬਤੀਤ ਕਰਨਾ ਇਹੋ ਮੇਰਾ ਪਿਓ ਹੈ। ਇਸ ਨੂੰ ਮੈਂ ਆਪਣੇ ਪਿਤਾ ਸਮਾਨ, ਤੇ ਸਾਡਾ ਸਭ ਤੋਂ ਵਧੀਆ ਭਰਾ ਜਿਹੜਾ ਸੱਚ ਬੋਲਣਾ ਹੈ। ਵੈਸੇ ਦੁਨਿਆਵੀ ਭਰਾ ਵੀ ਹੈ, ਕਿਸੇ ਦੇ ਹੈ ਕਿਸੇ ਦੀ ਨਹੀਂ ਵੀ ਹੈ, ਕੋਈ ਇਕੱਲੇ ਇਕੱਲੇ ਹੀ ਹੈ ਜਵਾਕ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਸਤ ਭਾਈ ਸੱਚ ਹੀ ਮੇਰਾ ਅਸਲੀ ਭਰਾ ਹੈ, ਜਿਹੜਾ ਇੱਥੇ ਤੇ ਉੱਥੇ ਹਰ ਥਾਂ ਤੇ ਨਿਭੇਗਾ। ਜਿਵੇਂ ਭਰਾ ਹੋਵੇ ਤੇ ਆਪਣੇ ਭਰਾ ਦੀ ਔਖੇ ਵੇਲੇ ਮਦਦ ਕਰਦਾ ਹੈ, ਉਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਜੀਵ ਆਤਮਾ ਦਾ ਅਸਲੀ ਭਾਈ ਸਤ ਹੈ, ਤੇ ਸਤ ਨੂੰ ਮੈਂ ਆਪਣਾ ਭਰਾ ਬਣਾਇਆ ਹੈ। ਇਹੋ ਵਸੇਖ ਵਿਸ਼ੇਸ਼ ਕਰਕੇ, ਖਾਸ ਕਰਕੇ ਇਹ ਮਾਂ ਪਿਓ ਤੇ ਭਰਾ ਹਨ ਮੇਰੇ। ਕਹਿਣਾ ਹੈ ਕਿਛ ਕਹਿਣ ਨ ਜਾਏ। ਇਉਂ ਪਾਤਸ਼ਾਹ ਜਦੋਂ ਵੀ ਬੋਲਦੇ ਆ, ਕੋਈ ਨਾ ਕੋਈ ਸ਼ਬਦ ਉਚਾਰਦੇ ਆ, ਔਰ ਉਚਾਰਦੇ ਉਚਾਰਦੇ ਕਈ ਵਾਰੀ ਪਰਮੇਸ਼ਰ ਨਾਲ ਜੁੜ ਜਾਂਦੇ ਆ। ਕਹਿਣਾ ਹੈ ਕਿਛ ਕਹਿਣ ਨਾ ਜਾਏ। ਮੈਂ ਕਹਿਣਾ ਤਾਂ ਚਾਹੁੰਦਾ, ਪਰ ਕੋਈ ਸੁਣਨ ਨੂੰ ਤਿਆਰ ਨਹੀਂ। ਕੀ ਕਹਿਣਾ ਚਾਹੁੰਦਾ? ਪਰਮੇਸ਼ਰ ਦੀ ਸਿਫਤ,
तो कुदरत कीमत नहीं पाए। तेरी कुदरत की ये दुनिया कीमत नहीं जानती। जिवें बाबे नानक नूं नहीं पछाण रहे उहदे सस सहुरा चाहुंदे है सहुरा चतुर जवाई, मेरा जवाई बड़ा चलाक होवे, बड़ा तेज तराट होवे, चंगी कमाई करे, दुनिया नूं लुट के खा जे, भावें वो जवाई वधिया साडा। कोई सतनाम आम संसार दी सारियां दी नहीं 70-80% का एक ख्याल है। कोई सतनाम बाणी लिखता, बाणी विच पातशाह जी ने ससुरे चतर जवाई, भाई कहो अत भाई प्यारा, ससुरे चतर जवाई। पंजवें पातशाह के बचन है। पर गुरु प्यारिओ धन गुरु नानक देव जी कहते इस तरह संसार ने जिमें मैनू नहीं समझिया, मेरे सस सहुरे ने किमें लड़ाई करी जाते हैं, सारी दुनिया ने लाहा खट लिया। 4 उदासियां लाइया, 4 उदासियां ला के कित्थे कित्थे गए, लोगों ने किन्ना लाहा खटिया, पर घरदियां ने नहीं खटिया। किसी महापुरुष ने कहा कि 4 जने रब दे पैरों तो लाहा नहीं लै सकते। किहड़े किहड़े? नानक दादक सहुरे बाली। नानके अपना दोहता समझते, इदों वध नहीं मनते। दादके पुत्र समझते हैं, पोतरा समझते हैं। सहुरे जवाई समझते, इदों वध नहीं समझते। बाली बाली घर वाली नूं भी कहते हैं। कई बार घर वाली भी लड़ती रहती है, बाहर बाबा जी होंदे आ, घरे लड़ाई होंदी है। कोई सतनाम सी। ते बाली मित्र भी होंदे आ, बचपन दे हम जमाती हम उम्र। वो भी सोचते आ कल तो साडे नाल पढ़दा सीगा, अज किधरों रब बन गया। कोई सतनाम सी। ये 4 जने रब दे प्यारिਆਂ तो लाहा नहीं खट सकते। गुरु नानक देव जी इन्हां दीयां लड़ाई दीयां गल्लां सुन के, इन्हां दीयां झगड़ियां नूं सुन के कहंदे बई साडा तां माँ प्यो आ है ते साडा भरा आ है खास, असीं इन्हां दे नाल जुड़े होए आ। मैं जो कहना चाहना तुहानूं समझ नहीं आउंदा। कोई सतनाम मैं करा की? बाबा नानक चाहुंदा मेरे परिवार का भी भला होए। वैसे तो सारा परिवार ही उहदा है। सुखी वसै मोरो परवारा, सेवक सिख सब है करतारा। 10वें जामे विच यही कहा न बाबे नानक ने, दसे जोतां दसे शरीर नानक जी दियां ही गुरु प्यारिओ शरीर हैं। तो चौपी साहिब दे 10वें पातशाह कहते सारा मेरा परिवार है, ये सुखी वसना चाहिए। हमरी करो हाथ रक्षा, पूर्ण होए चित्त की इच्छा, तब चरणन में रहे हमारा, अपना जान करो प्रतिपारा। हमरे दुख सब तुम कावो, आप हाथ मोहे बचावो। सुखी बसै मोरो परवारा, सेवक सिख सब करतारा। मेरे परिवार नूं भाव जो मेरे नाल जुड़े हुए हैं सारे मेरे ही ने, इन्हां नूं तू संभालना है। हुण को सतनाम परमेश्वर दे अगे बेनती करते हैं। धन गुरु नानक देव जी अपने सस सहुरे नूं संबोधन करके ये बचन उचारते आए। मैं तुहानूं उथानका सुनाई है। उथानका का मतलब हुंदा है किहड़ा शब्द कित्थे क्यों रचिया गया। लोड़ जिवें लोड़ काढ़ दी मां है, जदों नवीं काढ़ निकली तो बंदे की लोड़ पैदा हुई। लोड़ नूं पूरी करने वास्ते बंदे ने दिमाग लगाया तो परमेश्वर ने कृपा की, उन्होंने उहो जिहा इंतजाम करता, वो लोड़ उहदी पूरी उवें करती। इवें जिवें ही बाणी उदों उचारी गई जदों पातशाह जी ने कोई घटना घटी। सज्जन ठग नूं देख के शब्द उचारे आ, उजल कहा चिलकना घोटम कालड़ी वस, विचों तां काला पिया बाहरों चमकण दा की फायदा। को सतनाम सी। इत्थे कहंदे मेरे माता पिता वो हन, साडे नाल गुरमत ही निभेगी, सच ही निभेगा। संतोख दे विच सुख है, भज दौड़ तां करन विच बंदे नूं कदे सुख मिलदा ही नहींगा। जे किसी नूं चारे पुरियां दा समान इकट्ठा करके एक बंदे नूं दे दईए, जे संतोख ना कीता तां नहीं रजदा। भुखियां भुख ना उतरी, जे बन्ना पुरियां पर। संतोख होवे ते कबीर साहब जी वांगू एक सेठ कणक दा आटे दा गट्टा लैके आ गया, मजदूर नूं चुका के आवाज़ मारी, भगत जी आ थोड़ा राशन लै लो। ते भगत जी लोई नूं कहंदे लोई आटा किन्ना क पिया अपने? कहंदे जी कल जोगा पिया। वो भी अक्सर भगत जी दे नाल रहिंदे सी, समझण लए।
ਕਹਿੰਦੇ ਜੀ ਕੱਲ ਜੋਗਾ ਤਾਂ ਪਿਆ। ਤੇ ਭਗਤ ਜੀ ਕਹਿੰਦੇ ਸੇਠ ਜੀ ਕੱਲ ਜੋਗਾ ਪਿਆ, ਲੋੜ ਪਈ ਤੇ ਮੰਗ ਲਾਂਗੇ, ਹਜੇ ਪਤਾ ਨਹੀਂ ਕੱਲ ਚੜੇ ਕਿ ਨਾ ਚੜੇ। ਕਹੋ ਸਤਨਾਮ ਸੀ। ਹਮ ਆਦਮੀ ਹੈ ਇੱਕਦਮੀ, ਮੋਹਲਤ ਮੋਤ न ਜਾਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੁਣ ਇਹ ਤਾਂ ਹੈ ਸਾਡੇ ਭੈਣ ਭਰਾ ਤੇ ਮਾਂ ਪਿਓ। ਫਿਰ ਅਜੀਤਾ ਕਹਿੰਦਾ ਸੱਸ ਸਹੁਰੇ ਕਿਹੜੇ ਆ, ਹੁਣ ਉਹ ਵੀ ਦੱਸ ਦਿਓ। ਕਹੋ ਸਤਨਾਮ ਸੀ। ਅਜੀਤਾ ਰੰਧਾਵਾ ਕੋਲੇ ਬੈਠਾ, ਕਹਿੰਦਾ ਮਹਾਰਾਜ ਸੱਸ ਸਹੁਰੇ ਵੀ ਹੈ ਕੋਈ ਹੋਰ? ਕਹਿੰਦੇ ਹਾਂ ਉਹ ਵੀ ਹੈ। ਮੈਂ ਚਾਹੁੰਦਾ ਤੁਹਾਨੂੰ ਪਰਮੇਸ਼ਰ ਦੀ ਗੱਲ ਸੁਣਾਵਾਂ, ਪਰ ਤੁਸੀਂ ਝਗੜਿਆਂ ਵਿੱਚ ਪੈ ਗਏ। ਕਹਿਣਾ ਹੈ ਕਿਛ ਕਹਿਣ ਨ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਹੇ ਪਰਮੇਸ਼ਰ, ਮੈਂ ਤੁਹਾਡੇ ਬਾਰੇ ਸੰਸਾਰ ਨੂੰ ਦੱਸਣਾ ਚਾਹੁੰਦਾ, ਤੇਰੀ ਜਸ ਕਰਨਾ ਚਾਹੁੰਦਾ, ਪਰ ਮੈਥੋਂ ਤੇਰੀ ਪੂਰੀ ਸਿਫਤ ਵੀ ਨਹੀਂ ਕਹੀ ਜਾ ਸਕਦੀ। ਸਰਸਵਤੀ ਦੇਵੀ ਹਿੰਦੂ ਮਤ ਮੁਤਾਬਕ, ਸ਼ਾਰਦਾ ਦੇਵੀ, ਸ਼ੇਸ਼ ਨਾਗ ਜਿਹਦੇ 1000 ਮੂੰਹ ਹੈ, 2000 ਜੀਭਾਂ, ਨਾਰਦ ਮੁਨੀ ਵਰਗੇ, ਔਰ ਗਣੇਸ਼ ਜਿਸ ਦੀ ਲਿਖਾਈ ਬੜੀ ਤਕੜੀ ਹੈ, ਇਹਨਾਂ ਸਾਰਿਆਂ ਨੇ ਪਰਮੇਸ਼ਰ ਦੀ ਸਿਫਤ ਕੀਤੀ ਪਰ ਪੂਰੀ ਨਹੀਂ ਕਰ ਸਕੇ। ਕਹੋ ਸਤਨਾਮ ਸੀ। ਉਸ ਦੀ ਪੂਰੀ ਸਿਫਤ ਨਹੀਂ ਕਰ ਸਕਦੇ। ਬਾਬਾ ਨਾਨਕ ਜੀ ਵੀ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਵਾਂ, ਬਸ ਇੰਨਾ ਕਿ ਮੈਂ ਤੇਰੀ ਸਿਫਤ ਕਰਦਾ ਤਾਂ ਮੇਰੇ ਅੰਦਰ ਜੀਵਨ ਹੈ, ਜੇ ਮੈਂ ਤੈਨੂੰ ਭੁੱਲ ਜਾਵਾਂ ਤਾਂ ਮੇਰਾ ਜੀਵਨ ਹੀ ਖਤਮ ਹੋ ਸਕਦਾ। ਪਰ ਅਖੀਰ ਤੇ ਕਹਿੰਦੇ ਹਨ ਸੋਦਰ ਦੀ ਪੌੜੀ ਵਿੱਚ, ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ, ਕਿਆ ਵਿਚਾਰੇ ਮੈਂ ਤੇਰੀ ਪੂਰੀ ਸਿਫਤ ਨਹੀਂ ਕਰ ਸਕਦਾ। ਹੇ ਪਰਮੇਸ਼ਰ, ਕਹਿਣਾ ਹੈ ਕਿਛ ਕਹਿਣ ਨ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਪਰਮੇਸ਼ਰ ਦੀ ਕੀਮਤ ਕਿਸੇ ਨੇ ਨਹੀਂ ਪਾਈ। ਮਾਂ ਪਿਓ ਵੀ ਕਹਿੰਦੇ ਆ ਕਿ ਸਾਡਾ ਜਵਾਕ ਹੈ ਜਿਹੜਾ ਬਹੁਤ ਸਾਰੀ ਕਮਾਈ ਕਰੇ, ਚੰਗੀ ਐਸ਼ੋ ਇਸ ਦਾ ਜੀਵਨ ਹੋਵੇ, ਚਲੋ ਹੋਣਾ ਚਾਹੀਦਾ, ਪਰ ਦਸਾਂ ਨੋਹਾਂ ਦੀ ਕਿਰਤ ਨਾਲ ਜਿੰਨਾ ਕੁ ਹੋਵੇ। ਬਹੁਤਾ ਤਾਂ ਫਿਰ ਪਾਪਾਂ ਨਾਲ ਹੀ ਆਉਂਦਾ। ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਠੱਗੀਆਂ ਧੋਖਿਆਂ ਦੇ ਨਾਲ ਦੁਨੀਆ ਪੈਸਾ ਇਕੱਠਾ ਕਰਦੀ ਹੈ, ਪਰ ਇੱਥੇ ਹੀ ਰਹਿ ਜਾਂਦਾ, ਨਾਲ ਕਿਸੇ ਦੇ ਨਹੀਂ ਜਾਂਦਾ। ਮੋਇਆ ਸਾਥ ਨਾ ਜਾਈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸੱਸ ਸਹੁਰਾ ਵੀ ਚਾਹੁੰਦਾ ਕਿ ਮੇਰਾ ਜਵਾਈ ਬੜਾ ਤਕੜਾ ਹੋਵੇ, ਦੁਨੀਆ ਵਿੱਚ ਗੱਲ ਹੋਵੇ ਫਲਾਨਿਆਂ ਦਾ ਜਵਾਈ ਬੜੀ ਠਾਠ ਨਾਲ ਰਹਿੰਦਾ, ਵੀ ਬੜਾ ਸਮਾਨ ਆ ਉਹਦੇ ਕੋਲੇ, ਉਹਨਾਂ ਦੀ ਇੱਛਾ ਹੈ। ਪਰ ਹੇ ਪਰਮੇਸ਼ਰ, ਤੈਨੂੰ ਕਿਸੇ ਨੇ ਨਹੀਂ ਸਮਝਿਆ। ਮੈਂ ਤੇਰੇ ਬਾਰੇ ਦੱਸਣਾ ਚਾਹੁੰਦਾ ਦੁਨੀਆ ਨੂੰ। ਦੁਨੀਆ ਨਹੀਂ ਸਮਝਦੀ ਤੇ ਮੈਥੋਂ ਵੀ ਪੂਰਾ ਕਿਹਾ ਨਹੀਂ ਜਾਂਦਾ। ਤਾਂ ਉਹ ਕੁਦਰਤ ਕੀਮਤ ਨਹੀਂ ਪਾਏ। ਮਹਾਰਾਜ ਤੇਰੀ ਕੀਮਤ ਕਿਸੇ ਨੇ ਨਹੀਂ ਪਾਈ। ਅੱਗੇ ਬਖਸ਼ਿਸ਼ ਕਰਦੇ ਹਨ, ਸਰਮ ਸੁਰਤ ਦੋਏ ਸਸੁਰ ਭਏ। ਇਹ ਮੇਰੇ ਸਹੁਰੇ ਆ। ਸਰਮ ਮਿਹਨਤ ਕਰਨੀ ਤੇ ਸੁਰਤ ਨੂੰ ਸ਼ਬਦ ਨਾਲ ਜੋੜਨਾ। ਕਹੋ ਸਤਨਾਮ ਸੀ। ਮਿਹਨਤ ਵਿੱਚੋਂ ਪੈਸਾ ਆਵੇਗਾ ਨਾ, ਪਰ ਜਵਾਈ ਕਹਿੰਦਾ ਸਾਰਾ ਕੁਝ ਸਹੁਰਿਆਂ ਤੋਂ ਮਿਲੇ। ਕਹੋ ਸਤਨਾਮ ਸੀ। ਦਾਜ ਦੇ ਵਿੱਚ ਹੀ ਆ ਜੇ, ਲੋੜ ਹੀ ਨਾ ਪਵੇ ਕਮਾਉਣ ਦੀ। ਬਹੁਤ ਸਾਰੇ ਲੋਕ ਐਸੇ ਵੀ ਹੈ ਜਿਹੜੇ ਉਸ ਦਾਜ ਦੇ ਸਮਾਨ ਤੇ ਨਿਗਾਹ ਰੱਖਦੇ ਆ। ਗੱਡੀ ਦਾਜ 'ਚ ਲਈ ਆ, ਮੰਗ ਕੇ ਪਿੱਛੇ ਲਿਖਿਆ ਫਲਾਨਾ ਸਿਓ। ਸਿੱਖਿਆ ਨੇ ਕਿੱਡਾ ਮੂਰਖ ਆ, ਮੰਗਵੀਂ ਗੱਡੀ ਤੇ ਆਪਦਾ ਨਾਮ ਲਿਖੀ ਫਿਰਦਾ। ਕਹੋ ਸਤਨਾਮ ਸੀ। ਇਸ ਕਰਕੇ ਮਿਹਨਤ ਜਿਹੜੀ ਹੈ ਉਹ ਹੀ ਸਾਡੀ ਅਸਲੀ ਗੁਰੂ ਪਿਆਰਿਓ ਸਹੁਰਾ ਹੈ। ਮੁਸ਼ੱਕਤ ਕਰਨੀ, ਸ਼ਰਮ ਦੇ ਦੋ ਅਰਥ ਹੈ। ਜਾਂ ਸੱਸੇ ਦੇ ਪੈਰ 'ਚ ਬਿੰਦੀ ਲਾ ਰਹੀਏ ਤੇ ਸ਼ਰਮ ਬਣ ਜੂ ਲੱਜਾ ਰੱਖਣੀ। ਮਾੜੇ ਕੰਮਾਂ ਤੋਂ ਸ਼ਰਮ ਮੰਨਣੀ, ਲਾਜ ਰੱਖਣੀ, ਲੱਜਾ ਰੱਖਣੀ। ਸੁਰਤ ਮਤਲਬ ਗਿਆਨ, ਸ਼ਰਮ ਮਿਹਨਤ। ਸਿਮਰਨ ਭਜਨ ਬੰਦਗੀ ਵਾਸਤੇ ਵੀ ਮਿਹਨਤ ਕਰਨੀ ਪਊਗੀ, ਔਰ ਮਿਹਨਤ ਵੀ ਤਕੜੀ ਕਰਨੀ ਪਊ। ਲਿਖਤਾ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਮੁਸ਼ੱਕਤ ਦਾ ਮਤਲਬ ਹੈ ਮੁਸ਼ਕਲਾਂ ਵਿੱਚ ਵੀ ਜਿਨ੍ਹਾਂ ਨੇ ਨਹੀਂ ਛੱਡਿਆ ਰੱਬ ਦਾ ਪੱਲਾ। ਇੱਕ ਭਗਤ ਜੀ ਹੋਏ ਨਾ, ਉਹ ਘਰੋਂ ਬਾਹਰ ਚਲੇ ਜਾਂਦੇ ਆ ਤੜਕੇ ਤੇ ਆਥਣੇ ਘਰੇ ਆਉਂਦੇ ਆ। ਜਾਂਦਿਆਂ ਨੂੰ 20-25 ਦਿਨ ਮਹੀਨਾ ਬਤੀਤ ਹੋ ਗਿਆ। ਘਰ ਦੇ ਪੁੱਛਦੇ ਆ ਤੂੰ ਕਿੱਥੇ ਜਾਣਾ? ਕਹਿੰਦਾ ਮੈਂ ਰਾਜੇ ਦੇ ਨੌਕਰੀ ਕਰ ਲਈ। ਕਹਿੰਦੇ ਫਿਰ ਖਰਚਾ ਖੁਰਚਾ ਲਿਆ ਕੇ ਦੇ। ਕਹਿੰਦੇ ਕੋਈ ਨਹੀਂ, ਜਿੱਦੇ ਰਾਜ ਨੇ ਦੇਤਾ ਲਿਆ ਦੂੰਗਾ। ਅਸਲ ਵਿੱਚ ਉਹ ਜੰਗਲਾਂ ਵਿੱਚ ਜਾਂਦਾ ਤੇ ਸਿਮਰਨ 'ਚ ਬਹਿ ਜਾਂਦਾ। ਕੋਈ ਸਤਨਾਮ ਸ੍ਰੀ। ਕਾਫੀ ਸਮਾਂ ਟੱਪ ਗਿਆ, ਹੁਣ ਤਾਂ ਪਰਿਵਾਰ ਲੜਨ ਵੀ ਲੱਗਿਆ ਵੀ ਘਰੇ ਖਰਚਾ ਮੁੱਕਿਆ ਪਿਆ। ਤੂੰ ਜਿਹੜੇ ਰਾਜੇ ਦੀ ਨੌਕਰੀ ਕਰਦਾ ਉਹਨੂੰ ਕਹੇ ਵੀ ਕੋਈ ਦੇ ਸਾਨੂੰ 4 ਪੈਸੇ, ਸੌਦਾ ਲੈ ਕੇ ਆਈਏ ਅਸੀਂ। ਭਗਤ ਜੀ ਟਾਲ ਮਟੋਲ ਕਰ ਛੱਡਦੇ ਆ, ਕੋਈ ਗੱਲ ਨਹੀਂ, ਜਿੱਦੇ ਰਾਜੇ ਦੇ ਮਨ ਵਿੱਚ ਮਿਹਰ ਪਈ ਦੇ ਦੂਗਾ। ਤੇ ਜਦੋਂ ਵੇਖਿਆ ਪਰਮੇਸ਼ਰ ਨੇ ਵੀ ਹੁਣ ਤਾਂ ਇਹ ਮੇਰੇ 'ਤੇ ਹੀ ਡਿਪੈਂਡ ਹੋ ਗਿਆ, ਘਰੋਂ ਇਹਦੇ ਝਿੜਕਾਂ ਪੈਂਦੀਆਂ, ਆ ਕੇ ਜੰਗਲਾਂ 'ਚ ਬਹਿ ਜਾਂਦਾ। ਹੁਣ ਤਾਂ ਇਹਦਾ ਕੁਝ ਕਰਨਾ ਹੀ ਪੈਣਾ, ਨਹੀਂ ਤਾਂ ਮੇਰੇ ਨਾਲੋਂ ਲੋਕ ਹੀ ਟੁੱਟ ਜਾਣ। ਇਸ ਕਰਕੇ ਪਰਮੇਸ਼ਰ ਨੇ ਫਿਰ ਕਿਰਪਾ ਕੀਤੀ, ਇੱਕ ਵਪਾਰੀ ਦਾ, ਇੱਕ ਸੇਠ ਦਾ ਰੂਪ ਧਾਰਿਆ ਤੇ ਗੱਡਾ ਭਰ ਲਿਆ ਸਮਾਨ ਦਾ। ਕੋਈ ਸਤਨਾਮ ਸੀ ਕਿ ਉਹ ਭਗਤ ਜੀ ਦੇ ਬਾਹਰ 'ਚ ਆ ਕੇ ਜਾਣ ਕੇ ਆਵਾਜ਼ ਮਾਰਦੇ ਆ, ਭਗਤ ਜੀ ਘਰੇ ਹੋ? ਮਾਈਆਂ ਕਹਿੰਦੀਆਂ ਜੀ ਉਹ ਤਾਂ ਕੰਮ 'ਤੇ ਗਏ ਹੋਏ ਆ। ਹੁਣ ਕੰਮ ਦਾ ਪਰਮੇਸ਼ਰ ਨੂੰ ਪਤਾ ਕੀ ਕਰਦੇ ਆ। ਉਹ ਕਹਿੰਦੇ ਉਹ ਤਾਂ ਜੀ ਗਏ ਹੋਏ ਨਾ। ਅੱਛਾ ਭਾਈ ਆ ਸੌਦਾ ਭੇਜਿਆ ਰਾਜਾ ਸਾਹਿਬ ਨੇ, ਆ ਸਮਾਨ ਲਾ ਲਓ। ਕੋ ਸਤਨਾਮ ਸੀ। ਕਿੱਥੇ ਰੱਖੀਏ? ਹੁਣ ਮਾਈਆਂ ਥੋੜ੍ਹਾ ਗੱਟੇ ਚੱਕੇ ਜਾਂਦੇ ਆ। ਉਹ ਕਹੀਆਂ ਭਾਈ ਇੱਥੇ ਰੱਖਦੇ ਆ, ਕਮਰਾ ਸਾਡਾ। ਇੰਨਾ ਸਮਾਨ ਭੇਜਤਾ ਰਾਜੇ ਨੇ। ਆਹੋ ਭਾਈ, ਉਹਦੀ ਮਿਹਨਤ ਹੀ ਇੰਨੀ ਬਣਦੀ ਆ। ਜਿਨ੍ਹਾਂ ਨੇ ਮਿਹਨਤ ਕੀਤੀ ਆ ਇਹ ਉਹਨਾਂ ਦੀ ਗੱਲ ਹੈ। ਤਾਂ ਸ਼ਰਮ ਦਾ ਅਰਥ ਹੈ ਭਜਨ ਬੰਦਗੀ ਲਈ ਮਿਹਨਤ ਕਰਨੀ। ਜਿਵੇਂ ਮਾਇਆ ਵਾਸਤੇ ਮਿਹਨਤ ਕਰਦੇ ਆ, ਪੱਖਾ ਚੱਲਦਾ ਨਾ, ਉਦਮ ਅੱਗੇ ਲక్ష్ਮੀ ਜਿਉਂ ਪੱਖੇ ਅੱਗੇ ਪਾਉਣ। ਜਿਵੇਂ ਪੱਖੇ ਅੱਗੇ ਹਵਾ ਭੱਜਦੀ ਹੈ, ਉਦਮ ਕਰਿਆ ਮਾਇਆ ਆਉਂਦੀ ਆ। ਇਸੇ ਤਰ੍ਹਾਂ ਸਿਮਰਨ ਭਜਨ ਬੰਦਗੀ ਵੀ ਮਿਹਨਤ ਕਰਨੀ ਪੈਣੀ ਆ। ਇਹਦੇ ਉੱਤੇ ਹੀ ਬੜਾ ਜ਼ੋਰ ਲੱਗਣਾ। ਇਹ ਸੌਖਾ ਜਿਹਾ ਕੰਮ ਨਹੀਂ ਗਾ। ਤਾਈਓ ਤਾਂ ਹਰੇਕ ਕਰਕੇ ਰਾਜੀ ਨਹੀਂ। ਆ ਦੇਖੋ ਨਾ, ਥੱਲੇ ਦਰੀਆਂ ਵਿਛੀਆਂ, ਉੱਥੇ ਪੱਖੇ ਚੱਲਦੇ ਆ, ਪਰ ਫਿਰ ਵੀ ਇੱਥੇ ਬਾਹਲਾ ਚਿਰ ਨਹੀਂ ਬੈਠਿਆ ਜਾਂਦਾ। ਆਪਾਂ ਤਾਂ ਕੋਈ ਸਤਨਾਮ ਸੀ। ਦਿਹਾੜੀ 8 ਘੰਟੇ ਕਹੀ ਚਲਾ ਲੂਗਾ, ਔਖੇ ਕੰਮ ਕਰ ਲੂਗਾ। ਪਰ ਇੱਥੇ ਕਬੀਰ ਸਾਹਿਬ ਜੀ ਇੱਕ ਦਿਨ ਕਹਿੰਦੇ ਨਾ, ਤੁਰੇ ਜਾਂਦੇ ਆ ਚੌਂਕ ਵਿੱਚ ਦੀ, ਜਿਵੇਂ ਆ ਚੌਂਕ ਨਹੀਂ ਬਣਿਆ ਆਪਣੇ, ਦਿਹਾੜੀਏ ਮਜ਼ਦੂਰ ਖੜ੍ਹੇ ਹੁੰਦੇ ਆ। ਬਨਾਰਸ ਦੇ ਚੌਂਕ ਵਿੱਚੋਂ ਟੱਪੇ ਜਾਂਦੇ ਆ, ਕੁਝ ਦਿਹਾੜੀਏ ਬੈਠੇ ਆ। ਭਗਤ ਜੀ ਕਹਿੰਦੇ ਹੋ ਵੀ ਮਿੱਤਰੋ ਤੁਸੀਂ ਕਿਵੇਂ ਬੈਠੇ ਹੋ? ਕਹਿੰਦੇ ਜੀ ਕੀ ਦੱਸੀਏ, ਅੱਜ ਸਾਨੂੰ ਕੋਈ ਕੰਮ 'ਤੇ ਲੱਗਿਆ ਨਹੀਂ ਗਾ। ਅੱਛਾ, ਦਇਆ ਆਈ। ਕਹਿੰਦੇ ਚਲੋ ਮੇਰੇ ਨਾਲ ਚਲੋ ਕੰਮ 'ਤੇ, ਮੈਂ ਤੁਹਾਨੂੰ ਕੰਮ ਦੇਣਾ। ਘਰੇ ਲੈ ਗਏ। ਘਰੇ ਲਿਜਾ ਕੇ ਪਹਿਲਾਂ ਤਾਂ ਪੱਟੀ ਵਿਛਾਤੀ, ਥੱਲੇ ਟਾਟ ਵਿਛਾਤੀ, ਬੋਰੀ ਦੀ ਬਣੀ ਹੁੰਦੀ ਹੈ। ਜੋ ਵੀ ਘਰੇ ਸੀ ਬੈਠਣ ਵਾਸਤੇ ਉਹ ਵਿਛਾਤਾ। ਕਹਿੰਦੇ ਬੈਠੋ। ਫਿਰ ਪਾਣੀ ਲਿਆਏ ਤੇ ਹੱਥ ਧੋਆਏ। ਸੋਚਿਆ ਵੀ ਜਲ ਪਾਣੀ ਛਕਾਉਣਗੇ, ਪ੍ਰਸ਼ਾਦਾ ਵਗੈਰਾ ਛਕਾਉਣਗੇ। ਪਹਿਲਾਂ ਹੱਥ ਧਵਾ ਕੇ ਕਹਿਣ ਲੱਗੇ ਛਕਣਾ ਛਕਾਉਣਾ? ਕਹਿੰਦੇ ਨਹੀਂ ਜੀ, ਹਜੇ ਤਾਂ ਕੋਈ ਭੁੱਖ ਨਹੀਂ। ਫਿਰ ਅੰਦਰ ਗਏ, ਜਿੰਨੇ ਬੰਦੇ ਸੀ 4 5 7 ਉਹਨਾਂ ਦੇ ਉਨੀਆਂ ਮਾਲਾ ਚੱਕ ਲਿਆਏ। ਕਹਿੰਦੇ ਜੀ ਇਹ ਕੀ ਆ? ਕਹਿੰਦੇ ਫੜੋ। ਫੜ ਲਈਆਂ। ਕਹਿੰਦੇ ਵੀ ਕਿੰਨਾ ਚਿਰ ਡਿਊਟੀ ਕਰੋਗੇ? ਕਹਿੰਦੇ ਜੀ ਕੰਮ ਤਾਂ ਅਸੀਂ 8 ਘੰਟੇ ਕਰਦੇ ਹਾਂ। ਚੱਲ ਕਹਿੰਦੇ 8 ਘੰਟੇ ਮਾਲਾ ਫੇਰ ਦਿਓ ਰਾਮ ਰਾਮ ਦੀ, ਆਥਣੇ ਜਾਂਦੇ ਦਿਹਾੜੀ ਲੈ ਜਿਓ। ਕੋਈ ਸਤਨਾਮ। ਉਹ ਘੰਟਾ 2 ਘੰਟੇ ਮਾਲਾ ਫੇਰੀ। ਸਾਡਾ ਮਨ ਐਸਾ, ਮਨ ਗਧੇ ਵਰਗਾ। ਇਹ ਟੇਕੇ ਰਾਜੀ ਨੇ, ਭੱਜ ਦੌੜ 'ਚ ਬੜਾ ਤੇਜ਼ ਰਹਿੰਦਾ। ਇਹੋ ਜਿਹੇ ਥਾਂ 'ਤੇ ਬੈਠਣਾ ਬਹੁਤ ਔਖਾ ਲੱਗਦਾ ਇਸ ਨੂੰ। ਗਰਮੀ ਜਾ ਕੇ ਖੜ ਜੂਗਾ, ਇੱਥੇ ਖੜਨਾ ਔਖਾ ਹੈ। ਮਨ ਖੋਟਹਰ ਗਧੇ ਨੂੰ ਕਹਿੰਦੇ ਆ। ਉਹ ਖੋਟਿਆ ਮਨਾ, ਮਨ ਖੋਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰਕਾ ਪੈਖਰ ਤਾਉ ਛੁੱਟਿਆ ਜੋ ਉੱਪਰ ਲਾਦਾ। ਗਧਾ ਵੀ ਟਿਕਦਾ ਨਹੀਂ ਗਾ। ਜਦੋਂ ਘੁਮਿਆਰ ਨੇ ਉਹਦੇ ਉੱਤੇ ਭਾਰ ਲੱਦਣਾ ਹੁੰਦਾ, ਪੈਖਰ ਕਹਿੰਦੇ ਆ ਬੋਰੇ ਨੂੰ। ਉਹ ਗਧੇ ਦੇ ਮੇਚ ਦਾ ਬੋਰਾ, ਉਹਨੂੰ ਪੈਖਰ ਕਹਿੰਦੇ ਆ। ਪੈਖਰ ਪੈਰ ਦੇ ਵਿੱਚ ਰੱਸਾ ਪਾਇਆ,
हाँ जो उत्ते इट्टां लदनियां उहदी बोरी दे विच उत्ते पाई है जिहड़ी उत्ते झोली उस दे ਉਹਦੇ ਵਿੱਚ ਮਿੱਟੀ ਭਰਨੀ ਹੈ, ਇੱਟਾਂ ਭਰਨੀਆਂ ਤਾਂ ਪੈਖਰ ਕਹਿੰਦੇ ਆ ਇੱਕ ਸਾਈਡ ਦੇ ਦੋਨੇ ਪੈਰਾਂ ਨੂੰ ਜਿੱਥੇ ਉਹ 4 ਫੁੱਟ ਜਾਂ 3 ਫੁੱਟ ਚੌੜੇ ਆ ਉਹਨਾਂ ਨੂੰ 1.5 ਫੁੱਟ ਤੇ ਕਰਕੇ ਬੰਨ੍ਹ ਦਿੰਦਾ ਕੋਈ ਸਤਨਾਮ ਤਾਂ ਕਿ ਟਿਕ ਕੇ ਖੜ ਜੇ। ਸਾਡਾ ਮਨ ਵੀ ਟਿਕਦਾ ਨਹੀਂ ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਕਹਿਣਾ ਹੈ ਕਿਛ ਕਹਿਣ ਨ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ। ਇਹ ਮਨ ਜਿਹੜਾ ਹੈ ਮਹਾਰਾਜ ਬੜੀ ਭੱਜ ਦੌੜ ਕਰਦਾ ਹੈ, ਇਹ ਗੱਲ ਨਹੀਂ ਸੁਣਦਾ ਗਾ, ਤੇਰੀ ਕੀਮਤ ਨਹੀਂ ਪਾਈ ਇਸ ਮਨ ਨੇ। ਤਾਂ ਖਰਕਾ ਪੈਖਰ ਤਉ ਛੁੱਟੇ ਉਸ ਗਧੇ ਦੀਆਂ ਪੈਰਾਂ 'ਚੋਂ ਰੱਸੀ ਉਦੋਂ ਖੋਲ੍ਹਦਾ ਜਦੋਂ ਉੱਤੇ ਭਾਰ ਲੱਦ ਲੈਂਦਾ। ਇਹ ਮਨ ਵੀ ਸਾਡਾ ਕਿਸੇ ਕੰਮ ਲੱਗਿਆ ਰਹੇ ਤੇ ਇਹ ਲੱਗਿਆ ਰਹਿੰਦਾ, ਜਦੋਂ ਵਿਹਲਾ ਛੱਡ ਦਿਓ ਤੇ ਫਿਰ ਟਿਕਦਾ ਨਹੀਂ, ਫਿਰ ਭੱਜਦਾ। ਇਵੇਂ ਜਿਵੇਂ ਉਹ ਨਾਲੇ ਹੱਥ ਨੇ ਜੇ ਜਾਣਾ ਸੀ ਪਰ ਘੰਟੇ ਬਾਅਦ ਹੀ ਕਹਿੰਦੇ ਬਾਬਾ ਜੀ ਆ ਮਾਲਾ ਫੜ ਲਓ। ਕਹਿੰਦੇ ਕਿਉਂ? ਕਹਿੰਦੇ ਇਹ ਕੰਮ ਨਹੀਂ ਸਾਥੋਂ ਹੁੰਦਾ। ਕਿਉਂ? ਕੋਈ ਤਕਲੀਫ ਹੋਈ? ਕਹਿੰਦੇ ਨਹੀਂ ਮਹਾਰਾਜ ਇਹ ਮਾਲਾ ਤਾਂ ਕਦੇ ਅਸੀਂ ਫੇਰ ਹੀ ਨਹੀਂ, ਸਾਨੂੰ ਕਹੀ ਕੁਹੀ ਫੜਾਓ, ਕੋਈ ਢਾਉਣਾ ਬਣਾਉਣਾ ਤੇ ਕਰ ਦਿੰਦੇ ਆ, ਇਹ ਕੰਮ ਨਹੀਂ ਸਾਥੋਂ ਹੁੰਦਾ। ਕੋਈ ਸਤਨਾਮ ਸੀ ਤਾਂ ਉਹ ਕੁਦਰਤ ਕੀਮਤ ਨਹੀਂ ਪਾਏ। ਅਜੀਤਾ ਰੰਧਾਵਾ ਜੀ ਬੈਠੇ ਆ, ਕਹਿੰਦੇ ਇਹ ਮੇਰੇ ਸੱਸ ਦੇ ਸਹੁਰੇ ਸਰਮ ਸੁਰਤ ਦੋਏ ਸੱਸੁਰ ਭਏ ਕਰਨੀ ਕਾਮਨ ਕਰ ਮੰਨ ਲਏ। ਕਰਨੀ ਚੰਗੀ ਕਰਨੀ ਕਾਮਨ ਇਸਤਰੀ ਇਹੀ ਮੇਰੀ ਪਤਨੀ ਹੈ। ਕਹੋ ਸਤਨਾਮ ਸ੍ਰੀ। ਕਰਨੀ ਹੁੰਦੀ ਹੈ ਚੰਗੇ ਕਰਮ, ਚੰਗੀ ਕਰਨੀ ਇਹ ਮੇਰੀ ਇਸਤਰੀ ਹੈ। ਮੇਰੇ ਹਿਰਦੇ ਨੇ ਇਹਨਾਂ ਨੂੰ ਹੁਣ ਮੰਨ ਲਿਆ ਹੈ। ਤਾਂ ਹੁਣ ਚੰਦੋ ਰਾਣੀ ਤੇ ਸੱਸ ਸਹੁਰਾ, ਮੂਲਾ ਖੱਤਰੀ ਤੇ ਚੰਦੋ ਰਾਣੀ, ਇਹਨਾਂ ਵਿਚਾਰਿਆਂ ਨੂੰ ਕਿੱਥੇ ਸਮਝ ਆਵੇ। ਕਹਿਣਾ ਹੈ ਕਿਛ ਕਹਿਣ ਨ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ। ਉਹ ਕਹਿਣ ਲੱਗੇ ਇਹ ਪਤਾ ਨਹੀਂ ਕੀ ਬੋਲੀ ਜਾਂਦਾ, ਸਾਨੂੰ ਸਮਝ ਨਹੀਂ ਆਉਂਦੀ। ਤਾਂ ਕਹਿਣ ਲੱਗੇ ਇਹ ਮੇਰੇ ਸੱਸ ਤੇ ਸਹੁਰਾ ਚੰਗੀ ਕਰਨੀ ਹੀ ਸਾਡੇ ਨਾਲ ਨਿਭੂਗੀ। ਜਿਵੇਂ ਇਸਤਰੀ ਆਪਣੇ ਪਤੀ ਨਾਲ ਨਿਭਦੀ ਹੈ, ਪਤੀ ਇਸਤਰੀ ਨਾਲ ਨਿਭਦਾ, ਇਸੇ ਤਰ੍ਹਾਂ ਜੀਵ ਆਤਮਾ ਨਾਲ ਚੰਗੇ ਕਰਮ ਹੀ ਨਿਭ ਸਕਦੇ। ਮਾੜੇ ਵੀ ਨਾਲ ਹੀ ਨਿਭਣਗੇ। ਮਾੜੇ ਕਰਮ ਕਰਾਂਗੇ ਤੇ ਉਹ ਸਜ਼ਾ ਦਿਵਾਉਣਗੇ, ਚੰਗੇ ਕਰਮ ਕਰਾਂਗੇ ਸੁੱਖ ਦੇਣਗੇ। ਇਸ ਕਰਕੇ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਇਹ ਕਰਨੀ ਹੀ ਮੇਰੀ ਘਰਵਾਲੀ ਹੈ, ਇਸਤਰੀ ਹੈ, ਮੈਂ ਇਹਨਾਂ ਨੂੰ ਧਾਰਨ ਕਰ ਲਿਆ ਹੈ। ਤੇ ਤੁਹਾਡਾ ਇਹ ਵਿਆਹ ਕਦੋਂ ਹੋ ਗਿਆ? ਮੂਲਾ ਖੱਤਰੀ ਕਹਿੰਦਾ ਇਹ ਵਿਆਹ ਕਦੋਂ ਕਰਾ ਲਿਆ? ਸੋਚਿਆ ਵੀ ਜਿਵੇਂ ਸੁਲੱਖਣੀ ਹੈ ਐਵੇਂ ਕਰਨੀ ਕੋਈ ਇਸਤਰੀ ਹੋਣੀ ਆ। ਕਹੋ ਸਤਨਾਮ ਸੀ। ਕਹਿੰਦੇ ਇਹ ਵਿਆਹ ਸਾਡਾ ਹੋਇਆ ਸੀ ਸਤ ਸੰਗਤ ਵਿੱਚ, ਸਾਹਾ ਸੋਧਿਆ ਸੀ ਸੰਗਤ ਵਿੱਚ, ਗੁਰੂ ਦੇ ਚਰਨਾਂ ਵਿੱਚ। ਕੀ ਲਿਖਦੇ ਅੱਗੇ? ਸਾਹਾ ਸੰਜੋਗ ਵਿਆਹ ਵਿਜੋਗ। ਲੜਕੀ ਦਾ ਵਿਆਹ ਹੁੰਦਾ ਹੈ ਨਾ, ਇੱਕ ਪਾਸੇ ਤਾਂ ਉਹਦਾ ਸੰਜੋਗ ਬਣਾਤਾ। ਕੋਈ ਬ੍ਰਾਹਮਣ ਨੂੰ ਪੁੱਛਦਾ ਜਾ ਕੇ ਕੋਈ ਸੰਜੋਗ ਬਣਦਾ ਕਿ ਨਹੀਂ ਕੁੜੀ ਦਾ? ਵੇਖੋ ਬਾਬਾ ਜੀ ਵੱਡੀ ਹੁੰਦੀ ਜਾਂਦੀ ਆ। ਕੋਈ ਇੱਧਰ ਆ ਜਾਂਦੇ ਆ, ਮਹਾਰਾਜ ਦੱਸੋ ਕਿਹੜਾ ਦਿਨ ਰੱਖੀਏ? ਪਾਤਸ਼ਾਹ ਕਹਿੰਦੇ ਜਿਹੜਾ ਮਰਜ਼ੀ ਦਿਨ ਰੱਖ ਲਓ। ਇੱਕ ਜੱਲਣ ਜੱਟ ਹੋਇਆ, ਜੱਲਣ ਜੱਟ ਨੇ ਵੀ ਗੁਰੂ ਪਿਆਰਿਓ ਆਪਣੀ ਲੜਕੀ ਦਾ ਦਿਨ ਕਢਾਉਣਾ ਸੀਗਾ। ਪੰਡਤਾਂ ਦੇ ਘਰ ਚਲਿਆ ਗਿਆ। ਪੰਡਤਾਂ ਨੂੰ ਕਹਿੰਦਾ, ਜਦ ਘਰੇ ਗਿਆ ਬੀਬੀਆਂ ਬੈਠੀਆਂ ਸਾਰੀਆਂ 5-4, ਪੁੱਛਦਾ ਬਈ ਪੰਡਤ ਜੀ ਕਿੱਥੇ ਹੈ? ਉਹ ਬੀਬੀਆਂ ਇਕੱਠੀਆਂ ਬੈਠੀਆਂ, ਕਹਿੰਦੀਆਂ ਜੀ ਉਹ ਤਾਂ ਮਰ ਗਿਆ, ਤਾਂ ਸਾਰੀਆਂ ਰੰਡੀਆਂ ਬੈਠੀਆਂ, ਸਾਡੇ ਘਰ ਵੱਲ ਤਾਂ ਮਰ ਗਏ ਸਾਰੇ। ਅੱਛਾ। ਜੱਲਣ ਕਹਿੰਦਾ ਚਲੋ ਮੁਸਲਮਾਨਾਂ ਦੇ ਕੋਲੇ ਚੱਲਦੇ ਹਾਂ, ਮੁਲਾਣੇ ਕੋਲੇ ਚੱਲਦੇ ਹਾਂ, ਉਹਨੂੰ ਪੁੱਛਦੇ ਹਾਂ ਲੜਕੀ ਦੇ ਵਿਆਹ ਦਾ ਕੋਈ ਚੰਗਾ ਦਿਨ। ਜਦ ਮੁਸਲਮਾਨਾਂ ਦੇ ਘਰੇ ਗਿਆ, ਉਹਨਾਂ ਦੇ ਘਰੇ ਵੀ ਰੋਣ ਧੋਣ ਪਿਆ ਹੋਇਆ ਸੀਗਾ। ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦੇ ਜੀ ਜਵਾਨ ਮੁੰਡਾ ਸੀ, ਹੁਣੇ ਵਿਆਹਿਆ ਸੀ ਤੇ ਉਹ ਮਰ ਗਿਆ। ਤੇ ਜੱਲਣ ਸੋਚਦਾ ਫਿਰ ਦਿਨ ਨਹੀਂ ਕਢਾਇਆ ਸੀ ਵਿਆਹ ਦਾ? ਦਿਨ ਕਾਹਦੇ ਵਾਸਤੇ ਕਢਾਉਂਦੇ ਆ ਲੋਕ? ਪੁੱਛਦੇ ਕਾਹਦੇ ਵਾਸਤੇ? ਵੀ ਦੁੱਖ ਨਾ ਆਵੇ ਕੋਈ, ਪਰ ਦੁੱਖ ਫਿਰ ਵੀ ਆ ਜਾਂਦੇ ਆ। ਜੱਲਣ ਕਹਿਣ ਲੱਗਿਆ ਵੀ ਕੀ ਗੱਲ ਬਣੀ? ਕਹਿੰਦੇ ਬਸ ਜੀ ਮਰ ਗਿਆ। ਜੱਲਣ ਆਪਣੇ ਆਪ ਨੂੰ ਕਹਿੰਦਾ
ਮੁੱਲਾਂ ਦੇ ਕਰ ਪਿੱਟਣਾ, ਬਾਹਮਣ ਦੇ ਕਰ ਰੰਡ, ਚੱਲ ਜਲਣਾ ਕਰੇ ਆਪਣੇ ਸ਼ਾਹਾ ਸੋਧ ਨਿਸ਼ੰਗ। ਜੋ ਹੋਣਾ ਹੈ ਉਹ ਪਰਮੇਸ਼ਰ ਨੇ ਕਰਨਾ ਹੈ, ਤੂੰ ਆਪ ਹੀ ਕੋਈ ਚੰਗਾ ਦਿਨ ਵੇਖ ਕੇ ਰੱਖ ਲਾ ਜਿਹੜਾ ਦੋਨਾਂ ਧਿਰਾਂ ਨੂੰ ਸੱਟ ਪੈਂਦਾ। ਬਾਬੇ ਨਾਨਕ ਨੂੰ ਪੁੱਛਿਆ, ਇਹ ਵੀ ਇਹੀ ਕਹਿੰਦੇ ਨੇ, ਸ਼ਾਹ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਜਿਹੜਾ ਦਿਨ ਤੁਹਾਨੂੰ ਠਿਕ ਬਹਿੰਦਾ, ਤਿੱਥਾਂ ਵਾਰਾਂ ਚੱਕਰਾਂ 'ਚ ਨਾ ਪਾਓ, ਕਰਮ ਕਾਂਡਾਂ 'ਚ ਨਾ ਪਾਓ। ਜਿਹੜਾ ਦਿਨ ਦੋਨਾਂ ਨੂੰ ਸੈੱਟ ਬਹਿੰਦਾ, ਜਿਵੇਂ ਅੱਜ ਕੱਲ੍ਹ ਲਗਭਗ ਆਪਾਂ ਐਤਵਾਰ ਰੱਖ ਲੈਂਦੇ ਹਾਂ, ਕਿਉਂਕਿ ਐਤਵਾਰ ਦੀ ਛੁੱਟੀ ਹੁੰਦੀ ਆ, ਰਿਸ਼ਤੇਦਾਰਾਂ ਨੂੰ ਵੀ ਆਉਣਾ ਸੌਖਾ ਹੁੰਦਾ। ਕਈ ਵਾਰੀ ਮਰਗ ਦਾ ਭੋਗ ਵੀ ਆਪਾਂ ਗਾਹ ਪਿਛਾਹ ਜਾਂਦਾ ਹੋਵੇ ਤਾਂ ਵੀ ਐਤਵਾਰ 'ਤੇ ਕਰ ਲੈਂਦੇ ਹਾਂ ਵੀ ਯਾਰ ਸੌਖੇ ਆ ਜਾਣਗੇ ਸਾਰੇ ਲੋਕ, ਭੱਜ ਦੌੜ ਨਹੀਂ ਹੋਊਗੀ ਬਹੁਤੀ। ਇਸ ਕਰਕੇ ਪਾਤਸ਼ਾਹ ਕਹਿੰਦੇ ਚੱਕਰ 'ਚ ਨਾ ਪਾਓ। ਸਾਹਾ ਧਰੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਕਰਨੀ ਪਰਮੇਸ਼ਰ ਨੇ ਹੈ, ਦੁੱਖ ਸੁੱਖ ਸਾਡੇ ਕਰਮਾਂ ਦੇ ਆ, ਹੋਣਾ ਉਹੀ ਆ ਜੋ ਪਰਮੇਸ਼ਰ ਨੂੰ ਭਾਉਂਦਾ ਹੈ। ਚੱਲ ਜਲਣਾ ਆਪੇ ਦਿਨ ਰੱਖ ਲਾ ਜਿਹੜਾ ਰੱਖਣਾ। ਇਹਨਾਂ ਦੇ ਘਰੇ ਵੀ ਕਿਹੜਾ ਕੋਈ ਫਾਇਦਾ ਹੋਇਆ ਦਿਨ ਰੱਖਣ ਦਾ। ਕਹੋ ਸਤਨਾਮ ਸੀ, ਉਹ ਰੋਈ ਜਾਂਦੇ ਆ, ਉਹਨਾਂ ਦੇ ਵੀ ਘਰ ਵਾਲੇ ਮਰੇ ਹੋਏ ਆ। ਤੇ ਬਾਬਾ ਜੀ ਕਹਿੰਦੇ ਸਾਡਾ ਜਿਹੜਾ ਹੈ ਸਾਹਾ, ਉਹ ਕਿੱਥੇ ਨਿਕਲਿਆ? ਸਤ ਸੰਗਤ ਵਿੱਚ। ਭਾਵ ਗੁਰੂ ਨੇ ਮੈਨੂੰ ਪਰਮੇਸ਼ਰ ਨਾਲ ਜੋੜਿਆ, ਇਹ ਮੇਰਾ ਸੰਜੋਗ ਹੈ। ਸਾਹਾ ਸੰਜੋਗ ਵਿਆਹੋ ਵਿਜੋਗ। ਹੁਣ ਵਿਜੋਗ, ਇੱਕ ਪਾਸੇ ਲੜਕੀ ਨੂੰ ਖੁਸ਼ੀ ਹੋਈ ਕਿ ਮੇਰਾ ਵਿਆਹ ਹੋ ਰਿਹਾ ਹੈ, ਪਰ ਉਸੇ ਵਿਆਹ ਨੇ ਪੇਕਿਆਂ ਨਾਲੋਂ ਵਿਛੋੜਾ ਵੀ ਪਵਾ ਦਿੱਤਾ। ਕੋਈ ਸਤਨ ਸਹੁਰੇ ਜਾਣਾ ਪਿਆ ਤੇ ਜਾਣਾ ਹੀ ਪੈਣਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਹਾ ਜਿਹੜਾ ਸਾਡਾ ਰੱਖਿਆ ਗਿਆ, ਇਹ ਸੰਜੋਗ ਹੈ ਪਰਮੇਸ਼ਰ ਨਾਲ ਮਿਲਣ ਦਾ। ਤੇ ਸੰਸਾਰ ਦੇ ਨਾਲੋਂ ਮੈਨੂੰ ਤੋੜ ਕੇ ਪਰਮੇਸ਼ਰ ਨੇ ਆਪ ਦੇ ਨਾਲ ਜੋੜ ਲਿਆ ਹੈ। ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਨਾਲੋਂ ਮੇਰਾ ਵਿਜੋਗ ਹੋ ਗਿਆ। ਜਿਹੜੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਹਨ, ਇਹਨਾਂ ਵੱਲੋਂ ਬਿਰਤੀ ਦਾ ਵਿਜੋਗ ਹੋ ਗਿਆ। ਜਿਵੇਂ ਬੱਚੀ ਪੇਕਿਆਂ ਵੱਲੋਂ ਚਲੀ ਗਈ, ਸਹੁਰੇ ਘਰ ਵਸਣ ਲੱਗੀ ਆ। ਜਿਹੜੀ ਮਾਂ ਕੋਲੇ 15 20 25 ਸਾਲ ਪਹਿਲਾਂ ਰਹੀ ਆ, ਉਹ ਹੀ ਜਿਹੜਾ ਵਿਆਹ ਹੈ ਵਿਛੋੜਾ ਪਵਾਉਂਦਾ ਹੈ। ਜਦੋਂ ਅਸੀਂ ਗੁਰੂ ਨਾਲ ਜੁੜਾਂਗੇ ਤਾਂ ਸਾਡੀ ਬਿਰਤੀ ਜਿਹੜੀ ਹੈ ਇਹਨਾਂ ਮਾੜੇ ਕੰਮਾਂ ਨੂੰ, ਵਿਕਾਰਾਂ ਨੂੰ, ਵਿਸ਼ੇ ਵਿਕਾਰਾਂ ਨੂੰ ਛੱਡੇਗੀ, ਤਾਂ ਜਾ ਕੇ ਮਾਲਕ ਦੇ ਨਾਲ ਬਣੂਗੀ। ਜੇ ਬੱਚੀ ਰੋਜ਼ ਹੀ ਕਹੇ ਮੈਂ ਤਾਂ ਪੇਕੇ ਜਾਣਾ, ਮਾਂ ਨੂੰ ਮਿਲਣ ਜਾਣਾ, ਫਿਰ ਤਾਂ ਘਰੇ ਗੱਲ ਨਹੀਂ ਨਾ ਬਣਨੀ, ਸਹੁਰੇ ਰੌਲਾ ਹੀ ਪਿਆ ਰਹੂਗਾ। ਕੋਈ ਸਤਨਾਮ ਸੀ। ਜੇ ਪਰਮੇਸ਼ਰ ਦੇ ਨਾਲ ਮਿਲਣਾ ਤੁਹਾਡੀ ਆਤਮਾ ਨੇ, ਫਿਰ ਇਹਨਾਂ ਦਾ ਖਿਆਲ ਛੱਡਣਾ ਪਊਗਾ, ਆਪ ਦਾ ਘਰ ਵਸਾਉਣਾ ਪਊਗਾ। ਕਹੋ ਸਤਨਾਮ ਸ੍ਰੀ। ਜਿਵੇਂ ਬੱਚੀ ਆਪ ਦਾ ਘਰ ਵਸਾਉਂਦੀ ਹੈ, ਪਤੀ ਦੀ ਗੱਲ ਮੰਨ ਕੇ, ਇਸੇ ਤਰ੍ਹਾਂ ਗੁਰੂ ਦੀ ਗੱਲ ਮੰਨ ਕੇ ਆਪ ਦਾ ਘਰ ਵਸਾਉਣਾ ਪਊਗਾ। ਤੇ ਆਪ ਦਾ ਘਰ ਸਾਡੇ ਅੰਦਰ ਹੈ। ਰਿਸ਼ਤੇਦਾਰ ਆਪਾਂ ਦੇਖ ਹੀ ਲਏ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਰਹਾਓ ਸ਼ਰਮ ਸੁਰਤ ਦੋਇ ਸੱਸਰ ਪਏ। ਸ਼ਰਮ ਮਿਹਨਤ, ਪਰਮੇਸ਼ਰ ਨਾਲ ਜੁੜਨ ਦੀ ਮੁਸ਼ੱਕਤ, ਭਜਨ ਬੰਦਗੀ ਸਿਮਰਨ, ਚੰਗੇ ਕੰਮ ਕਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰੀ ਬੰਦੇ ਨੂੰ ਚੰਗੇ ਕੰਮ ਕਰਦਿਆਂ ਵੀ ਲੋਕ ਬਹੁਤ ਟੋਕਦੇ ਆ, ਪਰ ਪਾਤਸ਼ਾਹ ਕਹਿੰਦੇ ਨਹੀਂ, ਇਸ ਪਾਸੇ ਚੱਲਣਾ ਜ਼ਰੂਰੀ ਹੈ। ਮਿਹਨਤ ਸੱਸ ਸਹੁਰਾ ਹੈ, ਸੁਰਤ ਮਿਹਨਤ ਸ਼ਰਮ ਸੁਰਤ ਦੋਇ ਸੱਸਰ ਪਏ। ਇਹ ਸਾਡੇ ਰਿਸ਼ਤੇਦਾਰ ਹੈ ਜਿਹੜੇ ਸਾਡੇ ਨਾਲ ਸੱਚਖੰਡ ਤੱਕ ਨਿਭਣ ਵਾਲੇ ਆ। ਸ਼ਰਮ ਸੁਰਤ ਦੋਇ ਸੱਸਰ ਪਏ, ਕਰਨੀ ਕਾਮਣ ਚੰਗੀ ਕਰਨੀ, ਇਹ ਸਾਡੀ ਇਸਤਰੀ ਹੈ। ਇਹ ਆਤਮਾ ਦੇ ਨਾਲ ਜਾਵੇਗੀ ਚੰਗੀ ਕਰਨੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਕਰਮੀ ਸਾਡੇ ਨਾਲ ਜਾਣੀ ਹੈ। ਸਾਹਾ ਸੰਜੋਗ ਵਿਆਹ ਵਿਜੋਗ, ਗੁਰੂ ਵਾਲੇ ਬਣਨਾ ਇਹ ਸਹੀ ਸੰਜੋਗ ਹੈ। ਵਿਸ਼ੇ ਵਿਕਾਰਾਂ ਨੂੰ ਤਿਆਗਣਾ, ਮਾੜੇ ਕੰਮ ਛੱਡਣੇ, ਇਹ ਸੰਸਾਰ ਵੱਲੋਂ ਵਿਆਹ ਹੋਣ ਤੋਂ ਬਾਅਦ ਵਿਜੋਗ ਹੋਣਾ ਹੀ ਹੋਣਾ। ਜੇ ਗੁਰੂ ਨਾਲ ਜੁੜੇਗਾ ਤੇ ਫਿਰ ਤੇਰਾ ਇੱਧਰੋਂ ਵਿਜੋਗ ਹੋਵੇਗਾ। ਫਿਰ ਕਹਿੰਦੇ ਮੇਰੇ ਸੰਤਾਨ ਵੀ ਪੈਦਾ ਹੋਈ ਆ, ਵਿਚਾਰੇ ਅਨਪੜ੍ਹ। ਗੁਰੂ ਪਿਆਰਿਓ, ਕੋਲੇ ਬੈਠੇ ਲੋਕ ਸੋਚ ਰਹੇ ਨੇ ਵੀ ਬਾਬੇ ਨੇ ਹੋਰ ਵਿਆਹ ਕਰਾ ਲਿਆ। ਕਹਿੰਦੇ ਬੱਚੇ ਵੀ ਹੋਏ ਆ, ਕਿ ਮੇਰੇ ਅੰਦਰ ਸੱਚ ਰੂਪੀ ਬੱਚਾ ਪੈਦਾ ਹੋ ਗਿਆ, ਸੱਚ ਸੰਤਾਨ ਪੈਦਾ ਹੋ ਗਈ। ਸੱਚ ਸੰਤਤ ਕਹੋ ਨਾਨਕ ਜੋਗ, ਇਹ ਅਸਲੀ ਜੋਗ ਹੈ ਮੇਰੇ ਲਈ। ਸੱਚ ਨਾਲ ਜੁੜਨਾ, ਅੰਦਰੋਂ ਸੱਚ ਨੂੰ ਪੈਦਾ ਕਰਨਾ, ਭਜਨ ਮੰਦੀ ਸਿਮਰਨ ਕਰਕੇ। ਸੱਚ ਸੰਤਤ ਕਹੋ ਨਾਨਕ ਜੋਗ, ਸੱਚ ਨਾਲ ਜੁੜਨਾ,
ये साडी असली संतान है। धन गुरु नानक पातशाह जी इस तरह ये शब्द राही संसार नूं ज्ञान बख्शिश करते हैं। सच संतत कहो नानक जोग, इहो ही जोग है। जदों ये विचारां होईयां गुरु प्यारिओ, इन्हां विचारां तो बाद ये उस साखी के मुताबिक सतगुरां ने शब्द उत्थे उचारे है बटाला साहिब दे विच अजिते रंधावे के खूह ते। अखीर गुरु प्यारिओ मूला खत्री ते चंदो राणी कहन लगी, चलो जी सानू सोडी समझ तां नहीं आउंदी, तुसीं घरे चलो। बाबा जी कहंदे घरे तां असीं नहीं जाना। तो माता सुलखनी उन्हां दी सपत्नी कहन लगी, फिर मैनू नाल लै चलो। पातशाह कहन लगे, जे गरीबी मंजूर है, साडे नाल साडे वांगू रहना पऊगा तां चल लिया बच्चियां नूं। ते कहंदे उसे वेले ही उन्हां ने दोने बच्चियां नूं लिआंदा, बाबा श्री चंद नूं ते लखवी दास नूं। इन्हां दोवां बच्चियां नूं माता सुलखनी जी नूं नाल लैके धन गुरु नानक देव जी करतारपुर आ गए। फिर उत्थे सदा ही वसे, उत्थे ही इन्हां दी पालना पोषणा हुई, वड्डे होए। खैर बेअंत इतिहास है मेरे प्रीतम दा, शब्दां विच इतिहास भी है। भाई गुरदास दियां वारां पढ़ीए तां पहली वार दियां 49 पौड़ियां विच बाबे नानक जी दा इतिहास है। खैर विचारां इत्थे रोकदे आ, समां समाप्ति ते आ। बोलदियां ने का अखर बाद घाट हो जांदे। सिख संगतां दे सतगुरु बख्शण योग है, बख्श लेना जी। समाप्ति करिए। इउं ये शब्द दी उथानका बटाला साहिब अजिते रंधावे दे खूह दे उत्ते शब्द उचारण किया गया। अजिते रंधावे नूं आउण वाले भविख बारे काफ़ी गल्लां दसियां बाबे नानक ने, जिहड़ी भाई बाले दी जन्म साखी अखीर ते है, ਉਹਦੇ ਵਿੱਚੋਂ ਤੁਸੀਂ जान सकते हो। कदे समा लगे आप साझियां भी कर लांगे। इत्थे रोकण की आग्या बख्शो। बोलदियां ने का अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह।